स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੇ ਲੋਕਾਂ ਨੂੰ ਇੱਕ ਝਟਕਾ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਘੱਟੋ ਘੱਟ 5 ਝਟਕੇ ਲੱਗ ਚੁੱਕੇ ਨੇ ਬਿਜਲੀ ਦੇ। ਇੱਕ ਸਾਲ ਦੇ ਅੰਦਰ ਅੰਦਰ 5 ਵਾਰ ਬਿਜਲੀ ਦੇ ਰੇਟ ਵੱਧ ਚੁੱਕੇ ਨੇ। ਵੱਖੋ-ਵੱਖ ਧਾਰਨਾਵਾਂ ਬਣੀਆਂ ਹੋਈਆਂ ਸਨ ਪਹਿਲਾਂ ਕਿ ਇੱਕ ਸਾਲ ਦੇ ਵਿੱਚ ਇੱਕ ਵਾਰ ਬਿਜਲੀ ਦਾ ਰੇਟ ਵੱਧ ਜੇ ਤਾਂ ਲੋਕ ਇਹ ਕਰੰਟ ਝੱਲ ਲੈਂਦੇ ਨੇ, ਪਰ 5-5 ਵਾਰ ਜਦੋਂ ਝਟਕੇ ਲੱਗਦੇ ਨੇ ਤਾਂ ਲੋਕ किन्ने तक सहन करनगे। इसे ते विचार चर्चा लैके हाजिर होए कि की मजबूरी है कि बिजली दे रेट एक बार साल दे विच तय ना करके साल दे विच 4-4 5-5 वार रेट जिहड़े वधाए जांदे ने, और किन्ना को फर्क इस दे नाल जिहड़े डोमैसटिक ते पवेगा या वपारियां ते पवेगा या फिर इंडस्ट्री ते पवेगा। इसे ते विचार चर्चा लैके हाजिर होए हैं। सब तो पहला जान पछाण फिर अगे वधदे हां। चमन लाल शर्मा साहब साडे नाल मौजूद ने, टकसाली कांग्रेसी आगू ने। सतबीर सिंह वालिया साहब बुलार ने आम आदमी पार्टी दे। चरणजीत सिंह बराड़ साहब बुलार ने श्रोमणी अकाली दल दे। प्रोफैसर मुहम्मद खालिद साहब सियासी माहर भी ने। मनजीत सिंह बाजवा साहब PSEB इंजीनियर एसोसीएशन नाल संबंध रखते हैं। बहुत बहुत स्वागत है सारे मेहमानां दा। डिबेट शुरू करन तो पहला ये बड़ा जरूरी है कि लोगों को ये पता लग जाए कि कितना रेट वधिया, कितना फर्क पवेगा रेट वधन दे नाल। जेकर तुहाडी खपत 100 यूनिट है ਤਾਂ ਇਸ ਲਈ ਤੁਹਾਨੂੰ ਪਹਿਲਾਂ ₹4.81 ਫੀ ਯੂਨਿਟ ਅਦਾ ਕਰਨੇ ਪੈਂਦੇ ਸਨ ਅਤੇ ਹੁਣ ਤੁਹਾਨੂੰ ਅਦਾ ਕਰਨੇ ਹੋਣਗੇ ₹4.91 ਫੀ ਯੂਨਿਟ। ਇਸੇ ਤਰ੍ਹਾਂ 100 ਤੋਂ 300 ਯੂਨਿਟ ਦੇ ਲਈ ₹6.38 ਫੀ ਯੂਨਿਟ ਅਤੇ ਹੁਣ ਦੇਣੇ ਪੈਣਗੇ ₹6.51 ਫੀ ਯੂਨਿਟ। 300 ਤੋਂ 500 ਯੂਨਿਟ ਦੇ ਲਈ ਤੁਹਾਨੂੰ ਪਹਿਲਾਂ ਦੇਣੇ ਪੈਂਦੇ ਸਨ ₹6.98 ਫੀ ਯੂਨਿਟ ਅਤੇ ਹੁਣ ਤੁਹਾਨੂੰ ਦੇਣੇ ਪੈਣਗੇ ₹7.12 ਫੀ ਯੂਨਿਟ। 500 ਯੂਨਿਟ ਤੋਂ ਵੱਧ ਖਰਚਣ ਤੇ ਤੁਹਾਨੂੰ ਪਹਿਲਾਂ ਦੇਣੇ ਪੈਂਦੇ ਸਨ ₹7.19 ਫੀ ਯੂਨਿਟ ਅਤੇ ਹੁਣ ਤੁਹਾਨੂੰ ਇਹਦੇ ਲਈ ਦੇਣੇ ਪੈਣਗੇ ₹7.33 ਫੀ ਯੂਨਿਟ। ਸੋ ਇਹ ਟੈਰਿਫ ਹੈ ਜਿਹੜਾ ਇਹ ਨਵਾਂ ਟੈਰਿਫ ਆਇਆ। 5 ਸਵਾਲ ਨੇ ਜਿਹੜੇ ਅਸੀਂ ਪੁੱਛੇ ਸੀਗੇ PSERC ਤੋਂ ਵੀ। ਬਿਜਲੀ ਦਰਾਂ ਦੇ ਵਿੱਚ ਵਾਧੇ ਨਾਲ ਪੰਜਾਬ ਦੇ ਸਾਰੇ ਲੋਕਾਂ ਤੇ ਉੱਤੇ, ਖਪਤਕਾਰਾਂ ਤੇ ਕਿੰਨਾ ਬੋਝ ਪਵੇਗਾ? ਉਹਨਾਂ ਦੇ ਮੁਤਾਬਕ 600 ਕਰੋੜ ਰੁਪਏ ਦਾ ਵਾਧੂ ਭਾਰ ਹੈ ਜਿਹੜਾ ਉਹ ਲੋਕਾਂ ਦੇ ਉੱਤੇ ਪਵੇਗਾ। ਇਹ 5 ਪ੍ਰਸ਼ਨ ਨੇ, 4-5 ਪ੍ਰਸ਼ਨ ਨੇ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਆਉਂਦੇ ਨੇ ਔਰ ਉਹਨਾਂ ਦੇ ਜਵਾਬ ਬੜੇ ਜ਼ਰੂਰੀ ਨੇ। ਪਹਿਲਾ ਸਵਾਲ ਇਹ ਸੀ, ਬਿਜਲੀ ਦਰਾਂ ਦੇ ਵਿੱਚ ਵਾਧੇ ਨਾਲ ਪੰਜਾਬ ਦੇ ਸਾਰੇ ਖਪਤਕਾਰਾਂ ਤੇ ਕਿੰਨਾ ਬੋਝ ਪਵੇਗਾ? ਉਸ ਦਾ ਜਵਾਬ ਹੈ ਕਿ ਲਗਭਗ 600 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ। ਦੂਜਾ ਸਵਾਲ ਜਿਹੜਾ ਉਹ ਹੈ, ਬਿਜਲੀ ਦਰਾਂ ਦੇ ਵਾਧੇ ਨਾਲ ਹੇਠ ਲਿਖੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਤੇ ਕਿੰਨਾ ਬੋਝ ਪਿਆ? ਘਰੇਲੂ ਖਪਤਕਾਰ ਤੇ 329 ਕਰੋੜ, ਸਨਅਤੀ ਖਪਤਕਾਰ ਤੇ 233 ਕਰੋੜ, ਵਣਜ ਖਪਤਕਾਰ ਤੇ 60 ਕਰੋੜ। ਬਿਜਲੀ ਵਾਧੇ ਨਾਲ PSPCL ਨੂੰ ਕਿੰਨਾ ਵਾਧੂ ਮਾਲੀਆ ਮਿਲੇਗਾ? ਲਗਭਗ 1474 ਕਰੋੜ ਰੁਪਏ ਬਿਜਲੀ ਦੀ ਵਾਧੂ ਖਪਤ ਅਤੇ ਦਰਾਂ ਦੇ ਵਾਧੇ ਕਾਰਨ ਇਹ ਜਿਹੜਾ ਪੈਸਾ ਇਹ PSPCL ਨੂੰ ਮਿਲੇਗਾ। ਆਉਂਦੇ 9 ਮਹੀਨਿਆਂ ਦੇ ਵਿੱਚ ਹੋਰ ਵੀ ਬਿਜਲੀ ਦਰਾਂ 'ਚ ਵਾਧਾ ਹੋ ਸਕਦਾ? ਜੇ ਹਾਂ ਤਾਂ ਕਿੰਨੇ ਫੀਸਦ? ਉਸ ਦਾ ਜਵਾਬ ਇਹ ਹੈ ਕਿ ਜੇਕਰ ਕੋਲੇ ਦਾ ਰੇਟ ਵਧਿਆ ਤਾਂ ਬਿਜਲੀ ਦਰਾਂ ਵੱਖੋ ਵੱਖਰੇ ਤੌਰ ਤੇ ਵਾਧਾ ਉਹਨਾਂ ਦੇ ਵਿੱਚ ਲਾਇਆ ਜਾ ਸਕਦਾ ਜਾਂ ਫਿਰ ਵਾਧੂ ਸਰਚਾਰਜ ਲਗਾਇਆ ਜਾ ਸਕਦਾ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ 5 ਸਵਾਲ ਜ਼ਹਿਨ ਦੇ ਵਿੱਚ ਆਉਂਦੇ ਨੇ। ਮੋਟੀ ਜਾਣਕਾਰੀ ਇੱਕ ਹੋਰ ਤੁਹਾਨੂੰ ਦੇ ਦਈਏ ਕਿ ਨਵੰਬਰ ਦੇ ਮਹੀਨੇ 'ਚ ਬਿਜਲੀ ਤੇ 2% ਮਿਊਨਿਸਪਲ ਸੈਸ ਲੱਗਿਆ ਸੀਗਾ। ਇਲੈਕਟ੍ਰਿਸਿਟੀ ਡਿਊਟੀ 13% ਤੋਂ ਵਧਾ ਕੇ 15% ਕੀਤੀ ਗਈ। ਬਜਟ ਦੇ ਵਿੱਚ ਸੋਸ਼ਲ ਸਿਕਿਉਰਿਟੀ ਸੈਸ ਬਿਜਲੀ ਬਿੱਲਾਂ ਤੇ 5% ਵਧਾਇਆ ਗਿਆ। ਫਿਊਲ ਸਰਚਾਰਜ 7 ਪੈਸੇ ਪ੍ਰਤੀ ਯੂਨਿਟ PSERC ਨੇ ਲਗਾਇਆ ਤੇ ਹੁਣ ਰੈਗੂਲੇਟਰੀ ਅਥਾਰਟੀ ਵੱਲੋਂ 2.2% ਦਾ ਵਾਧਾ ਕੀਤਾ ਗਿਆ। ਯਾਨੀ ਕਿ ਇਹ 5 ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਦਿਖਾਈਆਂ ਨੇ, 5 ਵਾਰ ਵਾਧਾ ਜਿਹੜਾ ਹੋ ਚੁੱਕਾ। ਹਾਂਜੀ ਸ਼ਰਮਾ ਸਾਹਿਬ, 5 ਵਾਰ ਵਾਧਾ ਕਿੱਥੋਂ ਤੱਕ ਜਾਏਗਾ? ਪਲੀਜ਼ ਇਹ ਨਾ ਕਿਉਂਕਿ ਖਜ਼ਾਨਾ ਖਾਲੀ ਹੈ, ਇਹ ਸੁਣ ਕੇ ਲੋਕ ਵੀ ਅੱਕ ਚੁੱਕੇ ਨੇ ਤੇ ਅਸੀਂ ਵੀ ਅੱਕ ਚੁੱਕੇ। ਅਸੀਂ ਵੀ ਅੱਕ ਚੁੱਕੇ ਤੁਹਾਡੇ ਕੋਲ ਸੁਣ ਕੇ। ਹਾਂ, ਮੈਂ ਤਾਂ ਹੀ ਕਰਨਾ, ਮਤਲਬ ਲੋਕ ਹੁਣ ਅੱਕ ਚੁੱਕੇ ਨੇ। 5 ਵਾਰ ਵਾਧਾ ਤੁਸੀਂ ਲੋਕਾਂ ਨੂੰ ਮਾਰਨ ਵਾਲਾ ਕੰਮ ਕਰ ਦਿੱਤਾ। ਇੱਕ ਬੰਦੇ ਦਾ ਜਿਹੜਾ ਬਿੱਲ 3000 ਆਉਂਦਾ ਸੀ ਹੁਣ 4200 ਰੁਪਏ ਬਿੱਲ ਆਊਗਾ। ਸਰ ਐਸਾ ਹੈ, ਗੱਲ ਤੁਹਾਡੀ ਜਿਹੜੀ ਹੈ ਬਹੁਤ ਮੁੱਦੇ ਵਾਲੀ ਹੈ, ਬੜੀ ਇੰਪੋਰਟੈਂਟ ਹੈ। ਉਹਦਾ ਜਵਾਬ ਤੁਸੀਂ ਆਰਾਮ ਨਾਲ ਸੁਣ ਲੋਗੇ, ਠੀਕ ਹੈ? ਬਿਲਕੁਲ ਸੁਣਾਂਗੇ। ਅਦਰਵਾਈਜ਼ ਤੁਸੀਂ ਜੇ ਆਪਣੀ ਮਰਜ਼ੀ ਨਾਲ ਹੀ ਕਰਨਾ ਉਹ ਮੇਰੇ ਕੋਲ ਸਿੰਪਲ ਜਵਾਬ ਤੁਹਾਨੂੰ ਬੁਲਾਇਆ, ਇਹ ਨੀਡ ਬੇਸ ਤੇ ਹੈ। ਗਵਰਨਮੈਂਟ ਨੇ ਸੋਚਿਆ ਸੀ ਵੀ ਇੱਕਦਮ ਬਰਡਨ ਨਾ ਪਏ, ਸ਼ਾਇਦ ਸਾਨੂੰ ਇੰਨੀ ਜ਼ਰੂਰਤ ਨਾ ਪਏ ਕੰਜ਼ੰਪਸ਼ਨ ਦਾ ਬੇਸਿਸ ਤੇ ਜਿੰਨੀ ਬਿਜਲੀ ਚਾਹੀਦੀ ਹੈ ਆਸਤਾ ਵਧਾਉਣ ਦੀ ਜ਼ਰੂਰਤ ਪਏਗੀ, ਕਰਾਂਗੇ। ਲੇਕਿਨ ਬਿਜਲੀ ਦੀ ਜ਼ਰੂਰਤ ਹਰ ਕੰਟਰੀ 'ਚ ਬਹੁਤ, ਸਾਡੀ ਕੰਟਰੀ 'ਚ ਬਹੁਤ ਜ਼ਰੂਰਤ ਹੈ। ਹਰਿਆਣੇ 'ਚ ਵੀ ਬਹੁਤ ਰੇਟ ਹੈ, ਚੰਡੀਗੜ੍ਹ 'ਚ ਪੰਜਾਬ ਤੋਂ ਜ਼ਿਆਦਾ ਰੇਟ ਹੈ। ਚੰਡੀਗੜ੍ਹ, ਹਾਲਾਂਕਿ ਚੰਡੀਗੜ੍ਹ ਪੰਜਾਬ ਤੋਂ ਜ਼ਿਆਦਾ ਰੇਟ ਜੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਆਰਾਮ ਨਾਲ ਸੋਚ ਲੈਣਾ। ਔਰ ਪੰਜਾਬ ਵਿੱਚ ਗਵਰਨਮੈਂਟ ਚਾਹੁੰਦੀ ਸੀ ਇੱਕਦਮ ਬਰਡਨ ਨਾ ਕਿਸੇ 'ਤੇ ਪਏ।
ਕਿਸਾਨਾਂ ਦੇ ਬਰਡਨ ਨਾ ਪਏ, ਉਦਯੋਗ ਤੇ ਵੀ ਨਾ ਬਰਡਨ ਪਏ, ਇੰਡਸਟਰੀ ਤਬਾਹ ਨਾ ਹੋਏ, ਉਹਨੂੰ ਵਾਸਤੇ ਇੰਡਸਟਰੀ ਨੇ ਕੰਸੈਸ਼ਨ ਦਿੱਤਾ ਇੰਡਸਟਰੀ ਨੂੰ। ਬਾਕੀ ਜਿਹੜਾ ਬੋਝ ਹੈ, ਜੇ ਚੀਜ਼ ਮਹਿੰਗੀ ਹੈਗੀ ਆ, ਹਰ ਚੀਜ਼ ਤੇ ਕੋਲਾ ਨਹੀਂ ਮਿਲਣੀ, ਕੋਲਾ ਮਹਿੰਗਾ ਇੰਨਾ ਹੋ ਗਿਆ, ਜੇ ਕੋਲਾ ਨਹੀਂ ਲਿਆਵਾਂਗੇ ਤਾਂ ਬਿਜਲੀ ਤੇ ਦੂਜੇ ਤਰੀਕੇ ਨਾਲ ਖਰੀਦਣੀ ਪਏਗੀ, ਤੇ ਉਹਦੇ ਖਪਤ ਵਾਸਤੇ ਤੁਹਾਨੂੰ ਖਰਚਾ ਬੇਅਰ ਕਰਨਾ ਪਏਗਾ। ਇਹ ਗਵਰਨਮੈਂਟ ਜਨਤਾ ਦੀ ਹੈ, ਸਰਕਾਰ ਆਪਣੀ ਜਿਹੜੀ ਹੈ ਜੋ ਵੀ ਸਹੂਲਤ ਲੋਕਾਂ ਵਾਸਤੇ ਕਰ ਰਹੀ ਹੈ, ਇਹ ਕਿਸੇ ਇੰਡੀਵਿਜੂਅਲ ਵਾਸਤੇ ਨਹੀਂ ਕਰ ਰਹੀ। ਸੋ ਜੇ ਲੋਕਾਂ ਨੂੰ ਚਾਹੀਦਾ ਕਈ ਚੀਜ਼ਾਂ ਐਪਰੀਸ਼ੀਏਟ ਕਰਨ, ਸ਼ਰਮਾ ਸਾਹਿਬ ਜੇ ਅੱਛਾ ਕੰਮ ਬਿਜਲੀ ਦਾ ਰੇਟ ਵਧਾਤਾ, ਤੁਹਾਨੂੰ ਐਪਰੀਸ਼ੀਏਟ ਕਹਿੰਦੇ ਤੁਸੀਂ ਕਰਨ, ਲੋਕਾਂ ਨੇ ਤਾਂ ਮਰਨ ਹੋਇਆ ਪਏ, 5 ਵਾਰ ਰੇਟ ਵਧ ਗਿਆ, ਤੁਸੀਂ ਬਿਜਲੀ ਮਿਲਦੀ ਨਹੀਂ ਸੀ, ਬੰਦ ਨਹੀਂ ਸੀ, ਬਿਜਲੀ ਮਿਲਣੀ ਚਾਹੀਦੀ ਹੈ। ਬਾਕੀ ਆਪਣਾ ਬਾਜਵਾ ਸਾਹਿਬ ਪੂਰੀ ਚੀਜ਼ ਦੱਸਣਗੇ, ਇਹ ਟੈਕਨੀਕਲੀ ਜਿਹੜੀ ਚੀਜ਼ ਹੈ ਇਹਨਾਂ ਕੋਲ ਪੁੱਛੋ, ਫਿਰ ਮੇਰੇ ਕੋਲ ਆਨਸਰ ਲਓ। ਹਾਂ, ਮੈਂ ਜਵਾਬ ਲੈ ਲੈਣਾ ਤੁਹਾਡੇ ਤੋਂ ਵੀ। ਮੈਂ ਸਵਾਲ ਮੈਂ ਸਵਾਲ ਸ਼ਰਮਾ ਸਾਹਿਬ, ਬੀਇੰਗ ਅ ਖਪਤਕਾਰ, ਜੇ ਚਲੋ ਤੁਸੀਂ ਪੰਜਾਬ ਦੇ ਵਿੱਚ ਨਹੀਂ ਰਹਿੰਦੇ, ਜੇ ਬੀਇੰਗ ਅ ਖਪਤਕਾਰ 5 ਵਾਰ ਇੱਕ ਸਾਲ ਦੇ ਵਿੱਚ ਤੁਹਾਨੂੰ ਬਿਜਲੀ ਮੈਂ ਪੰਜਾਬ ਦੀ ਕੈਪੀਟਲ ਚ ਰਹਿਣਾ, ਤੁਸੀਂ ਇਹ ਨਾ ਕਹੋ ਪੰਜਾਬ ਦੀ ਕੈਪੀਟਲ ਚ ਰਹਿਣਾ ਮੈਂ। ਠੀਕ ਹੈ, ਵਧਾਉਣ ਤੋਂ ਬਾਅਦ ਤੁਹਾਨੂੰ ਬਿੱਲ ਪੇ ਕਰਨਾ ਪੈਂਦਾ ਕਿ ਤੁਸੀਂ ਚੱਲ ਸਕਦੇ ਹੋ? ਸਰ ਚੱਲਣਾ ਪੈਂਦਾ ਹੈ, ਗਵਰਨਮੈਂਟ ਸੈਂਟਰ ਗਵਰਨਮੈਂਟ ਵੀ ਟੈਕਸ ਲਾ ਰਹੀ ਹੈ, ਸੈਂਟਰ ਗਵਰਨਮੈਂਟ ਵੀ ਲਾ ਰਹੀ ਹੈ, ਸਟੇਟ ਗਵਰਨਮੈਂਟ ਨੇ ਵੀ ਟੈਕਸ ਲਾ ਰਹੀਆਂ, GST ਦੇ ਰੇਟ ਇੰਨੇ ਵਧਿਆ, ਉਹ 'ਚ ਵੀ ਤੇ ਆਪਾਂ ਲੋਕਾਂ ਨੂੰ ਐਡਜਸਟਮੈਂਟ ਕਰਨੀ ਪੈਣੀ ਹੈ। ਇਹ ਕੰਟਰੀ ਡੈਮੋਕ੍ਰੇਟਿਕ ਕੰਟਰੀ ਹੈ, ਇਹਦੇ 'ਚ ਨੀਡ ਬੇਸਡ ਹੈ। ਤਰਕ ਦੇ ਰਹੇ ਨੇ ਕਿ ਸਭ ਕੁਝ ਮਹਿੰਗਾ ਹੋ ਗਿਆ, ਕੋਲਾ ਮਹਿੰਗਾ ਹੋ ਗਿਆ, ਨੀਡ ਬੇਸ ਉਹੀ ਕਹਿ ਰਿਹਾ ਨਾ ਕਿ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਨ ਦੇ ਲਈ ਇਹ ਸਭ ਕੁਝ ਕਰਨਾ ਪੈਣਾ। ਇੱਕ ਵਾਰ ਝਟਕਾ ਵੱਡਾ ਨਾ ਲੱਗੇ, ਇਸੇ ਕਰਕੇ 5 ਕਿਸ਼ਤਾਂ ਝਟਕੇ ਲਾਏ ਗਏ ਨੇ। ਦੇਖੋ, ਜੋ ਸਾਡੇ ਕਾਂਗਰਸ ਦੇ ਪ੍ਰਵਕਤਾ ਗੱਲ ਕਰ ਰਹੇ ਨੇ ਕਿ ਲੋਕਾਂ ਤੇ ਬੋਝ ਪਾ ਕੇ ਸਰਕਾਰ ਜਿਹੜਾ ਹੈਗਾ ਵੀ ਆਪਣਾ ਸੇਵ ਕਰ ਰਹੀ ਆਪਣੇ ਆਪ ਨੂੰ, ਲੋਕਾਂ ਤੇ ਪਹਿਲੇ ਬਹੁਤ ਬੋਝ ਪੈ ਰਿਹਾ ਹੈ। MC ਲਿਮਿਟ 'ਚ 5% ਬਿਜਲੀ ਪਹਿਲੇ ਵਧਾਈ ਹੋਈ ਹੈ, ਉਸ ਤੋਂ ਬਾਅਦ 2400 ਰੁਪਇਆ ਹਰ ਸਾਲ ਜਿਹੜਾ ਇਨਕਮ ਟੈਕਸ ਪਈ ਹੈ ਉਹਨੇ। ਮੈਂ ਤਾਂ ਇਹਨੂੰ ਕਲੀਅਰਲੀ ਕਹੂੰਗਾ ਕਿ ਇਹ ਅਦਰਵਾਈਜ਼ ਤਾਂ ਇਹ ਕਹਿੰਦੇ ਨੇ ਕਿ ਇਹ ਜਿਹੜਾ ਕਹਿੰਦੇ ਵੀ ਆਪਣਾ ਵਿਕਾਸ ਟੈਕਸ ਹੈ, ਵਿਕਾਸ ਪਤਾ ਨਹੀਂ ਦੇਸ਼ 'ਚ ਵਿਕਾਸ ਵੜਨ ਦਾ ਪ੍ਰਚਲਿਤ ਹੋ ਗਿਆ, ਇਹਨਾਂ ਨੇ ਵੀ ਨਵਾਂ ਟੈਕਸ ਵਿਕਾਸ ਟੈਕਸ ਲੱਭ ਲਿਆ, ਪਰ ਮੈਂ ਤੁਹਾਨੂੰ ਕੈਪਟਨ ਸਰਵਿਸ ਟੈਕਸ ਕਹੂੰਗਾ ਕਿ ਕੈਪਟਨ ਸਾਹਿਬ ਨੇ ਆਪਣੀ ਸਰਵਿਸਿਜ਼ ਵਾਸਤੇ ਟੈਕਸ ਜਿਹੜਾ 2400 ਰੁਪਇਆ ਸਾਲ ਦਾ ਲੋਕਾਂ ਤੋਂ ਲੈਣਾ ਸ਼ੁਰੂ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ। ਇਹ ਵੀ ਇੱਕ ਮਾੜੀ ਗੱਲ ਹੈ। ਲੋਕਾਂ ਦੇ ਹੋਰ ਕਿੰਨਾ ਕੁ ਬੋਝ ਪਾਓਗੇ? ਸਰਕਾਰ ਲੋਕਾਂ ਨੂੰ ਰਿਆਇਤ ਦੇਣ ਵਾਸਤੇ ਹੁੰਦੀ ਹੈ, ਲੋਕਾਂ ਨੂੰ ਬੈਨੀਫਿਟ ਦੇਣ ਵਾਸਤੇ ਹੁੰਦੀ ਹੈ। ਤੁਸੀਂ ਗੱਲ ਕਰਦੇ ਹੋ ਕੋਇਲੇ ਦਾ ਰੇਟ ਵੱਧ ਗਿਆ ਤਾਂ ਬਿਜਲੀ ਦਾ ਉਸ ਹਿਸਾਬ ਨਾਲ ਰੇਟ ਹੀ ਵਧੇਗਾ। ਦਿੱਲੀ ਸਰਕਾਰ 'ਚ 400 ਯੂਨਿਟ ਤੱਕ 50% ਬਿਜਲੀ ਹੈ। ਦਿੱਲੀ ਸਰਕਾਰ 'ਚ ਬਿਜਲੀ ਦੇ ਰੇਟ ਚੈੱਕ ਕਰੋ। ਦਿੱਲੀ ਸਰਕਾਰ ਨੇ ਹੁਣ ਨਵਾਂ ਕਿਹਾ, ਜੇ ਬਿਜਲੀ 'ਚ ਕਟੌਤੀ ਹੋਏਗੀ, ਜੇ ਕੱਟ ਲੱਗਣਗੇ ਤਾਂ ਉਹਦੇ ਵਾਸਤੇ ਇਲੈਕਟ੍ਰਿਸਿਟੀ ਕੰਪਨੀਜ਼ ਨੂੰ ਪੇ ਕਰਨਾ ਪਏਗਾ ਕਸਟਮਰ ਨੂੰ। ਉਹ ਵੀ ਤਾਂ ਦੇਸ਼ ਦੀ ਸਰਕਾਰ ਹੈ, ਉਹ ਵੀ ਤਾਂ ਦੇਸ਼ ਦੇ ਵਿੱਚ ਰਾਜ ਕਰ ਰਹੇ ਆ। ਚਲੋ ਆਪਾਂ ਗੱਲ ਪੰਜਾਬ ਮੈਂ ਉਹੀ ਗੱਲ ਕਰ ਰਿਹਾ ਵੀ ਇਹ ਤਰਕ ਕਿ ਕੋਲਾ ਮਹਿੰਗਾ ਹੋ ਜਾਏਗਾ ਜੀ, ਇਸ ਕਰਕੇ ਬਿਜਲੀ ਰੇਟ ਵੱਧ ਜਾਣ। ਤੁਹਾਡੇ ਕੋਲ ਸਰਪਲਸ ਬਿਜਲੀ ਹੈ। ਚਲੋ, ਸਰਕਾਰੀ ਅਦਾਰੇ ਸਾਰੇ ਤੁਸੀਂ ਬੰਦ ਕਰਤੇ, ਪ੍ਰਾਈਵੇਟ ਤੇ ਡਿਪੈਂਡ ਕਰਕੇ ਸਾਰੇ ਤੇ। ਕਿਹੜੇ ਥਰਮਲ ਪਲਾਂਟ ਆ? ਹੁਣ 3 ਦਿਨ ਪਹਿਲਾਂ ਖਬਰ ਸੀਗੀ ਜਿਹੜੇ ਸਰਕਾਰੀ ਥਰਮਲ ਪਲਾਂਟ ਸੀਗੇ ਉਹ ਵੀ ਇਹਨਾਂ ਨੇ ਯੂਨਿਟ ਸ਼ਟ ਡਾਊਨ ਕਰਤੇ, ਕੰਪਲੀਟਲੀ ਪ੍ਰਾਈਵੇਟ ਤੇ ਡਿਪੈਂਡ ਹੋ ਗਏ। ਨਾਲੇ ਜਦੋਂ ਤੁਸੀਂ ਬਠਿੰਡਾ ਥਰਮਲ ਪਲਾਂਟ ਬੰਦ ਕਰਕੇ ਕਹਿੰਦੇ ਹੋ 1300 ਕਰੋੜ ਰੁਪਈਆ ਬਚਾ ਲਾਂਗੇ, ਉਹਦੇ ਬਾਵਜੂਦ ਵੀ ਬਿਜਲੀ ਮਹਿੰਗੀ ਹੋਵੇ, ਇਸ ਤੋਂ ਵੱਡੀ ਤਰਾਸਦੀ ਕੀ ਹੈ? ਨੈਚੁਰਲੀ ਠੀਕ ਹੈ, ਇਹ ਮਿਸਲੀਡ ਕਰ ਰਹੇ ਪਬਲਿਕ ਨੂੰ। ਹਾਂਜੀ ਬਰਾੜ ਸਾਹਿਬ ਇਹ ਇੱਕ ਸਵਾਲ ਮੇਰਾ ਲੈ ਲਿਓ, ਫਿਰ ਅੱਗੇ ਆਪਾਂ ਵੱਧ ਦਿੰਦੇ ਹਾਂ। ਜਦੋਂ ਤੁਸੀਂ ਸਰਕਾਰ ਛੱਡ ਕੇ ਗਏ ਸੀਗੇ ਉਦੋਂ ਬਿਜਲੀ ਸਰਪਲਸ ਦਾ ਬੜਾ ਵੱਡਾ ਨਾਰਾ ਤੁਸੀਂ ਦਿੱਤਾ ਸੀਗਾ ਕਿ ਸਟੇਟ ਸਰਪਲਸ ਹੈ। ਮੈਨੂੰ ਇੱਕ ਕਾਮਨ ਮੈਨ ਦੀ ਤਰ੍ਹਾਂ ਮੈਨੂੰ ਇੰਨੀ ਕੁ ਸਮਝ ਹੈਗੀ ਹੈ ਕਿ ਜਿਹੜੀ ਸਟੇਟ ਸਰਪਲਸ ਹੋਵੇ ਉੱਥੇ ਬਿਜਲੀ ਦੇ ਰੇਟ ਇਸ ਤਰ੍ਹਾਂ ਨਹੀਂ ਵੱਧਦੇ ਹੁੰਦੇ ਜਿਵੇਂ ਪਿਛਲੇ 1 ਸਾਲ 'ਚ ਵੱਧਦੇ ਨੇ। ਦੇਖੋ, ਇੱਕ ਗੱਲ ਮੈਂ ਕਹਾਂ ਕਿ ਸਾਡੇ ਸਾਰੇ ਹੀ ਬਿਆਨ ਜਦੋਂ ਦੇ ਤੁਸੀਂ ਆਪੋਜੀਸ਼ਨ 'ਚ ਆਏ ਆ, ਜੇ ਤੁਸੀਂ ਦੇਖੋ ਤਾਂ ਅਸੀਂ ਇੱਕ ਗੱਲ ਹਮੇਸ਼ਾ ਕਹੀ ਹੈ ਕਿ ਸਰਕਾਰ ਜਿਹੜੀ ਹੈ ਟੋਟਲ ਫੇਲਿਅਰ ਹੈ ਔਰ ਮਿਸਮੈਨੇਜਮੈਂਟ ਜਿਹੜੀ ਹੈ ਸਰਕਾਰ ਦੇ ਵਿੱਚ ਹੋ ਰਹੀ ਹੈ। ਕਿਹੜੇ ਕੰਮ ਤੋਂ ਪੈਸੇ ਕਮਾਏ ਜਾ ਸਕਦੇ ਹੈ, ਕਿਹੜੇ ਪਾਸੇ ਖਰਚਣੇ ਹੈ, ਇਹ ਮੈਂ ਸਮਝਦਾ ਕਿ ਸਰਕਾਰ ਦਾ ਤਾਲਮੇਲ ਹੀ ਕੋਈ ਨਹੀਂ, ਸਿਸਟਮ ਹੀ ਕੋਈ ਨਹੀਂ। ਔਰ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ 1 ਸਾਲ ਦੇ ਵਿੱਚ 5 ਵਾਰੀ ਬਿਜਲੀ ਦੇ ਰੇਟਾਂ ਦੇ ਵਿੱਚ ਵਾਧਾ ਜਿਹੜਾ ਹੈ ਉਹ ਹੋਇਆ। ਔਰ ਹੁਣ ਵੀ ਜੇ ਤੁਸੀਂ ਕੱਲ੍ਹ ਦਾ ਹੀ ਵੇਖੋ, ਵੈਸੇ ਤਾਂ ਮੈਂ 5 ਦੇ ਅੰਕੜੇ ਦੱਸ ਸਕਦਾ, ਜੇ ਤੁਸੀਂ ਕੱਲ੍ਹ ਦਾ ਹੀ ਵੇਖੋ ਤਾਂ ਸਭ ਤੋਂ ਜਿਹੜੇ ਹੈਗੇ ਆ ਕਿ 100 ਯੂਨਿਟ ਵਾਲੇ ਦਾ ਵੀ ਰੇਟ ਵੱਧ, 200 ਜਿਨ੍ਹਾਂ ਨੇ ਸਾੜਨੀ ਉਹਦਾ ਵੀ ਵੱਧ, ਤੇ 300 ਵਾਲੇ ਦਿਖਦਾ ਸਭ ਤੋਂ ਵੱਧ ਜਿਹੜਾ ਹੈਗਾ ਉਹ 300 ਯੂਨਿਟ ਤੋਂ ਥੱਲੇ ਵਾਲਿਆਂ ਤੇ ਬੋਝ ਪਾਇਆ ਤੇ ਬਾਕੀਆਂ ਤੇ ਜਿਹੜਾ ਹੈਗਾ ਉਲਟਾ ਹਲੇ ਦੀ ਘੱਟ ਪਾਇਆ। ਇਸ ਕਰਕੇ ਇਹ ਅਤ ਨਿੰਦਣਯੋਗ ਹੈ ਕਿ ਜਿਹੜੇ ਲੋਕ ਹੈ ਉਹ ਵੈਸੇ ਵੀ ਅੱਜ ਦੇ ਹਾਲਾਤ ਜਿਹੜੇ ਹੈਗੇ ਆ, ਜਿਹੜੀ ਫਸਲ ਆਈ ਸੀ ਉਹ ਵੀ ਪ੍ਰਮਾਤਮਾ ਪਤਾ ਨਹੀਂ ਕਿਵੇਂ ਕਰੀ ਜਾਂਦਾ। ਜੋ ਹਾਲਾਤ ਬਾਰਿਸ਼ਾਂ ਦੇ ਬਣੇ ਹੋਏ ਆ, ਮੰਡੀਆਂ 'ਚ ਕਿਸਾਨ ਰੋਲੀ ਜਾਂਦਾ, ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ। ਕੱਲ ਇੱਕ ਟੀਚਰ ਹੀ ਜਿਹੜਾ ਸੀ ਉਹ ਖੁਦਕੁਸ਼ੀ ਕਰ ਗਿਆ। ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਤੇ ਸਰਕਾਰ ਉਲਟਾ ਹੋਰ ਵਾਧੂ ਬੋਝ ਪਾਉਣ ਲੱਗੀ ਹੋਈ ਹੈ। ਇਸ ਕਰਕੇ ਇਹ ਤੁਰੰਤ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ। ਔਰ ਮੈਂ ਇੱਕ ਬੇਨਤੀ ਕਰਦੇ ਹਾਂ, ਜਿਹੜਾ ਸ਼ਰਮਾ ਜੀ ਨੇ ਗੱਲ ਕੀਤੀ ਹੈ ਕਿ
ਚੰਡੀਗੜ੍ਹ ਦੇ ਨਾਲੋਂ ਜਿਹੜੇ ਰੇਟ ਪੰਜਾਬ ਦੇ ਕਹਿੰਦੇ ਆ ਕਿ ਇਹ ਮਤਲਬ ਚੰਡੀਗੜ੍ਹ ਦੇ ਵੱਧ ਹੈ। ਇਹ ਸ਼ਰਮਾ ਜੀ ਚੈੱਕ ਕਰ ਲਿਓ ਕਿਰਪਾ ਕਰਕੇ। ਇਹ ਪਿੱਛੇ ਵਾਲੀ ਚੰਡੀਗੜ੍ਹ ਦੇ ਤੁਸੀਂ ਪਹਿਲੇ ਹਫ਼ਤੇ ਦੇਖਿਆ ਨਹੀਂ ਤੇ ਪੜੋ। ਸੁਣ ਲਿਓ ਮੇਰੀ, ਮੈਂ ਵੀ ਚੰਡੀਗੜ੍ਹ 'ਚ ਹੀ ਰਹਿੰਦਾ। ਮੈਂ ਵੀ ਚੰਡੀਗੜ੍ਹ ਤੋਂ ਕੰਪੈਰੀਜ਼ਨ ਕਰ ਲਿਓ, ਚੰਡੀਗੜ੍ਹ ਦੇ ਹਲੇ ਵੀ ਬਹੁਤ ਫਰਕ ਹੈ। ਇੱਕ ਦੂਜੀ ਮੈਂ ਬੇਨਤੀ ਕਰਦੇ ਹਾਂ ਜਿਹੜੀ ਸਤਬੀਰ ਵਾਲੀਆ ਜੀ ਨੇ ਕੀਤੀ ਹੈ, ਅਸੀਂ ਮੰਨਦੇ ਹਾਂ ਕਿ ਜਿਵੇਂ 200 ਯੂਨਿਟ ਦਾ ਪੰਜਾਬ ਦੇ ਵਿੱਚ SC-BC ਨੂੰ ਫ੍ਰੀ ਦਿੱਤਾ ਸੀ, ਇਹਨਾਂ ਨੇ 400 ਦਾ 50% ਦਿੱਤਾ। ਔਰ ਰੇਟ ਜਦੋਂ ਅਸੀਂ ਸਰਕਾਰ ਛੱਡ ਕੇ ਗਏ ਦਿੱਲੀ ਦੇ ਜਾਂ ਸਾਰੇ ਸੂਬਿਆਂ ਦੇ ਇਕੱਲੇ ਹਿਮਾਚਲ ਨੂੰ ਛੱਡ ਕੇ ਪੰਜਾਬ ਦੇ ਰੇਟ ਜਿਹੜੀ ਆ ਸਭ ਤੋਂ ਘੱਟ ਸੀਗੇ ਔਰ ਬਾਕੀ ਸਾਰੇ ਸੂਬਿਆਂ ਦੇ ਵੱਧ ਸੀਗੇ। ਔਰ ਉੱਥੇ ਕਿਸਾਨਾਂ ਤੋਂ ਬਿੱਲ ਲਿਆ ਜਾਂਦਾ ਸੀ, ਅਸੀਂ ਕਿਸਾਨਾਂ ਦਾ ਵੀ ਫ੍ਰੀ ਰੱਖਦੇ ਸੀ। ਇਸ ਕਰਕੇ ਅੱਜ ਸਰਕਾਰ ਜਿਹੜੀ ਹੈ ਸਮਝੋ ਬੇਸਮਝਾ ਕਿ ਕਿਹੜੇ ਪਾਸੇ ਨੂੰ ਤੁਰੀ ਹੋਈ ਹੈ ਔਰ ਹਰ ਵਰਗ ਤੇ ਕਿਹੜੀ ਗੱਲ ਤੇ ਟੈਕਸ ਨਹੀਂ। ਗੱਡੀਆਂ ਖੜੀਆਂ ਕਰਨ ਤੇ ਗਲੀ ਦੇ ਵਿੱਚ ਹੋਰ ਟੈਕਸ ਹੈ। ਪਹਿਲਾਂ 200 ਰੁਪਏ ਮੁਲਾਜ਼ਮ ਤੇ ਇਨਕਮ ਟੈਕਸ ਭਰਨ ਵਾਲਿਆਂ ਤੇ ਸਰਕਾਰ ਤਾਂ ਉਤਸ਼ਾਹਿਤ ਕਰਦੀ ਹੈ ਕਿ ਤੁਸੀਂ ਇਨਕਮ ਟੈਕਸ ਦੀ ਸਵਲਾਇਤ ਤਾਂ ਸੁਣ ਲਓ। ਖਜ਼ਾਨਾ ਖਾਲੀ ਕਰਤਾ, ਹੁਣ ਭਰਨਾ ਤਾਂ ਹੈ ਹੀ ਹੈ ਕਿਸੇ ਤਰੀਕੇ। ਉਹ ਕਿੱਥੋਂ ਭਰਨਾ ਹੈ? ਉਹ ਲੋਕਾਂ ਦੇ ਸਿਰ ਤੋਂ ਹੀ ਭਰਨਾ ਹੈ। ਦੇਖੋ ਮੈਂ ਹਰਪ੍ਰੀਤ ਜੀ ਤੁਹਾਨੂੰ ਵੀ ਸਵਾਲ ਕਰਦਾ ਤੇ ਸਾਡੇ ਕਾਂਗਰਸ ਦੇ ਪੈਨਲਿਸਟ ਨੂੰ ਵੀ ਸਵਾਲ ਕਰਦਾ ਹੈ ਕਿ ਪਿਛਲੇ ਸਾਲ ਜਿਹੜਾ ਜਦੋਂ ਸਾਡੇ ਵਾਲਾ ਫਾਈਨੈਂਸ਼ੀਅਲ ਈਅਰ ਸੀ, ਅਗਲਾ ਫਾਈਨੈਂਸ਼ੀਅਲ ਈਅਰ ਇਸ ਕਾਂਗਰਸ ਸਰਕਾਰ ਨੇ ਲਿਆਂਦਾ 6600 ਕਰੋੜ ਰੁਪਏ ਜਿਹੜਾ ਸੀਗਾ ਉਹ GST ਵੱਧ ਇਕੱਠਾ ਹੋਇਆ ਵੈਟ ਨਾਲੋਂ। ਤੇ ਜੇ 6600 ਕਰੋੜ ਰੁਪਏ ਵੱਧ ਮਿਲਿਆ ਤੇ ਫਿਰ ਇਹਨਾਂ ਦਾ ਖਜ਼ਾਨਾ ਖਾਲੀ ਕਿਉਂ ਹੋ ਗਿਆ? ਸਾਨੂੰ ਕਿੰਨਾ ਮਿਲਿਆ? ਬੇਨਤੀ ਸੁਣ ਲਓ ਨਾ, ਸਾਰਾ ਸੈਂਟਰ ਗਵਰਨਮੈਂਟ ਕੋ ਪਿਆ, ਸਾਨੂੰ ਤੇ 200 ਕਰੋੜ ਨਹੀਂ ਮਿਲਿਆ। ਆਪਦੀ ਮਿਸਮੈਨੇਜਮੈਂਟ। ਅੱਜ ਮੈਂ ਪੜ੍ਹ ਰਿਹਾ ਕਿ ਕੈਪਟਨ ਸਾਹਿਬ ਨੇ ਚਿੱਠੀ ਲਿਖੀ ਹੈ, ਉਹ 31000 ਕਰੋੜ ਅੱਜ ਸਵਾ ਸਾਲ ਬਾਅਦ ਜਾਂ 1 ਸਾਲ 3 ਮਹੀਨੇ ਬਾਅਦ ਤੁਸੀਂ ਚਿੱਠੀ ਲਿਖਣ ਆ ਰਹੇ ਹੋ, ਕੋਈ ਜਾਂਦੇ ਨਹੀਂ ਹੋ। ਰਾਹੁਲ ਗਾਂਧੀ ਜੀ ਤੋਂ ਮੰਤਰੀ ਫਾਈਨਲ ਕਰਾਉਣ ਲਈ ਤੁਹਾਨੂੰ 4-4 ਦਿਨ ਲੱਗਦੇ ਆ। ਤੁਸੀਂ ਜਿਹੜਾ ਪੰਜਾਬ ਦਾ ਉਹਨਾਂ ਨੇ ਕਿਹਾ ਸੀ ਕਿ ਜੇ ਹੋਇਆ ਸੈਟਲ ਕਰ ਲਓ, ਤੁਹਾਨੂੰ ਕੋਈ ਰਾਈਟਿੰਗ ਦਖਲ ਦੇਣ ਦਾ ਨੋ ਬੋਲੀ ਆਪਾਂ ਵਿੱਚ ਨਹੀਂ ਇਹ ਗੱਲ ਮੁੱਦਾ ਬਣਾਓ, ਟਾਪਿਕ ਤੇ ਮੁੱਦਾ ਬਣਾਓ, ਦੂਜਾ ਮੁੱਦਾ ਨਾ ਬਣਾਓ। ਖਜ਼ਾਨਾ ਖਾਲੀ ਦੀ ਗੱਲ ਕੀਤੀ ਹੈ। 31000 ਕਰੋੜ ਬਾਰੇ ਸੈਂਟਰ ਨੇ ਕਿਹਾ ਸੀ ਕਿ ਰੀਕਨਸਾਈਲ ਸਾਡੇ ਨਾਲ ਕਰ ਲਿਆ ਜਾਵੇ ਜੇ ਕੋਈ ਹੈਗਾ। ਤੇ ਅੱਜ 1 ਸਾਲ ਤੇ 1 ਮਹੀਨੇ ਬਾਅਦ ਕੈਪਟਨ ਸਾਹਿਬ ਚਿੱਠੀ ਲਿਖਦੇ, ਹੁਣ ਤੱਕ ਕਿਉਂ ਨਹੀਂ ਕੀਤਾ? ਇਸ ਕਰਕੇ ਸਰਕਾਰ 4 ਚੁਫੇਰੋਂ ਫੇਲਿਅਰ ਹੈਗੀ ਹੈ ਤੇ ਲੋਕਾਂ ਦੇ ਉੱਤੇ ਵੱਖਰੇ ਵੱਖਰੇ ਬੋਝ ਡਾਲ ਕੇ ਤੇ ਸਰਕਾਰ ਆਪਦੇ ਜਿਵੇਂ ਵਾਲੀਆ ਸਾਹਿਬ ਨੇ ਗੱਲ ਕਹੀ ਹੈ ਕਿ ਆਪਦੀ ਇੱਕ ਆਪਣਾ ਕੰਮ ਚਲਾਉਣਾ ਚਾਹੁੰਦੀ ਹੈ, ਨਾ ਕਿ ਲੋਕਾਂ ਦਾ ਭਲਾ ਦੀ ਗੱਲ। ਬਾਜਵਾ ਸਾਹਿਬ, ਇਹ ਜਿਹੜਾ ਵਾਅਦਾ ਹੋਇਆ ਹੈ 4 ਜਾਂ 5 ਵਾਰਾਂ ਦੇ ਵਿੱਚ 1 ਸਾਲ ਦੇ ਵਿੱਚ ਇਹ ਵਾਅਦਾ ਜ਼ਰੂਰੀ ਸੀਗਾ? ਇਸ ਵਾਅਦੇ ਤੋਂ ਬਿਨਾਂ ਸਰ ਨਹੀਂ ਸਕਦਾ? ਇਹਦਾ ਥੋੜਾ ਜਿਹਾ ਪਿਛੋਕੜ ਇਹ ਹੈ ਕਿ ਪਿਛਲੇ ਸਾਲ ਇਹ 2.17% ਵਾਧਾ ਹੋਇਆ ਹੈ ਜੀ। ਪਿਛਲੇ ਸਾਲ ਜਿਹੜਾ ਵਾਧਾ ਹੈ ਉਹ 8% ਦੇ ਕਰੀਬ ਹੋਇਆ, ਜਿਹਦੇ ਕਿ ਬੋਝ ਮਾਰਚ ਅਪ੍ਰੈਲ ਚ ਪਿਆ ਤੇ ਲੋਕਾਂ ਨੂੰ ਬੜਾ ਪਿੰਚ ਹੋਇਆ। ਸੋ ਉਹ ਜਿਹੜਾ ਆਰਡਰ ਸੀ ਇਹਦਾ PSCRC ਦਾ, ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰ ਦਾ, ਉਹ ਤਕਰੀਬਨ ਸਪਟੰਬਰ 17 ਚ ਇਸ਼ੂ ਹੋਇਆ ਸੀ। ਉਹ ਸਪਟੰਬਰ 17 ਚ ਕਿਉਂ ਇਸ਼ੂ ਹੋਇਆ ਸੀ? ਉਹਦਾ ਕਾਰਨ ਇਹ ਸੀ ਕਿ ਇਲੈਕਸ਼ਨ ਈਅਰ ਤੇ ਉਦੋਂ ਪਿਛਲੀ ਸਰਕਾਰ ਨੇ ਉਹਨੂੰ ਜਿਹੜਾ ਐਕਚੁਅਲੀ ਇਹ ਜਿਹੜਾ ਜਿਹਨੂੰ ਆਪਾਂ ਐਨੂਅਲ ਰੈਵਨਿਊ ਰਿਕੁਆਇਰਮੈਂਟ ਕਹਿੰਦੇ ਆ, ਇਹ ਘੱਟੋ ਘੱਟ 6 ਮਹੀਨੇ ਨਹੀਂ ਤੇ 4 ਮਹੀਨੇ ਪਹਿਲਾਂ ਜ਼ਰੂਰ ਭੇਜਣੀ ਹੁੰਦੀ ਹੈ ਤਾਂ ਕਿ ਉਹਦਾ ਪ੍ਰੋਸੈਸ ਕਰਕੇ 1 ਅਪ੍ਰੈਲ ਤੋਂ ਨਵਾਂ ਆਰਡਰ ਇਸ਼ੂ ਹੋ ਜੇ। ਠੀਕ ਹੈ। ਸੋ ਉਹਦੇ ਤੇ ਕਿਉਂਕਿ ਵਾਅਦਾ ਕਰਨਾ ਪੈਣਾ ਸੀ, ਸੋ ਪਿਛਲੀ ਸਰਕਾਰ ਨੂੰ ਸੂਟ ਨਹੀਂ ਸੀ ਕਰਦਾ, ਉਹ ਵਾਧਾ ਹੋ ਗਿਆ ਅਕਮੂਲੇਟ। ਉਦੋਂ ਪਿਛਲੇ 2 ਸਾਲਾਂ 'ਚ ਕੁਝ ਨਹੀਂ ਸੀ ਵਧਿਆ। ਸੋ ਇਹ 8% ਤਕਰੀਬਨ ਤੁਸੀਂ ਜੇ ਪਿਛਲੇ 3-4 ਸਾਲਾਂ ਦਾ ਲਾਓ ਤੇ 2-2.5% ਦਾ ਵਾਧਾ ਸੀ। ਜਿਹੜੇ ਬਾਕੀ ਵਾਧੇ ਹੋਏ ਨੇ ਜਦੋਂ ਅਸੀਂ ਪਿਛਲੇ ਪੈਨਲ ਤੇ ਡਿਸਕਸ ਕੀਤਾ, ਉਹਦੇ 'ਚੋਂ ਇੱਕ ਵਾਧਾ ਸੀ ਜਿਹੜਾ 5% ਗਵਰਨਮੈਂਟ ਨੇ ਵਾਧਾ ਕੀਤਾ, ਉਹਦਾ ਇਲੈਕਟ੍ਰਿਸਿਟੀ ਟੈਰਿਫ ਨਾਲ ਕੋਈ ਤਲਕ ਨਹੀਂ। ਬਾਕੀ ਜੋ ਰੂਲਸ ਨੇ, ਇੱਕ ਵਾਰੀ ARR ਆਏ ਜਿਵੇਂ ਅੱਜ ਆ ਗਈ ਹੈ, ਇਹਦੇ 'ਚ ਹੁਣ 3 ਮਹੀਨਿਆਂ ਬਾਅਦ ਇਹ ਰੈਗੂਲੇਟਰ ਨੇ PSPCL ਨੂੰ ਅਧਿਕਾਰ ਦਿੱਤੇ ਨੇ ਵੀ 3 ਮਹੀਨੇ ਬਾਅਦ ਰਿਵਿਊ ਕਰਕੇ ਵੀ ਕਿੰਨਾ ਕੋਲ ਦੀ ਕੀਮਤ ਵਧੀ ਹੈ, ਟਰਾਂਸਪੋਰਟੇਸ਼ਨ ਦੀ ਵਧੀ ਹੈ, ਉਹਦੇ 5 ਪੈਸੇ 6 ਪੈਸੇ 7 ਪੈਸੇ ਜਿੰਨੇ ਵੀ ਉਹ ਕੁਆਟਰਲੀ ਲਾ ਸਕਦੇ ਨੇ। ਸੋ ਪਹਿਲੇ 2 ਕੁਆਟਰ PSPCL ਆਪ ਲਾ ਸਕਦਾ ਹੈ, ਤੀਜਾ ਤੇ ਚੌਥਾ ਕੁਆਟਰ ਰੈਗੂਲੇਟਰ ਦੀ ਕੈਲਕੂਲੇਸ਼ਨ ਦੇ ਮੁਤਾਬਕ ਲਾਣਾ ਪੈਂਦਾ। ਸੋ ਵੱਧ ਤੋਂ ਵੱਧ 5 ਆਰਡਰ ਹੋ ਸਕਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਹ ਜਿਹੜੇ ਵਾਅਦੇ ਨੇ, ਜਿਹੜੇ ਫਿਊਲ ਸਰਚਾਰਜ ਹੈ, ਉਹ ਨੋਮੀਨਲ ਹੈ। ਸੋ ਬੇਸਿਕਲੀ ਨਾ ਆਪਾਂ ਜਿਹੜੀ ਗੱਲ ਫਿਰ ਹਰ ਵਾਰੀ ਡਿਸਕਸ਼ਨ ਹੋ ਜਾਂਦੀ ਹੈ ਪੋਲੀਟੀਕਲ। ਸੋ ਬੇਸਿਕਲੀ ਹੁਣ ਇਲੈਕਟ੍ਰਿਸਿਟੀ ਐਕਟ ਬਾਜਵਾ ਸਾਹਿਬ, ਮੈਂ ਨਾ ਸਿੰਪਲ ਸ਼ਬਦਾਂ 'ਚ, ਕਿਉਂਕਿ ਜਿਹੜੀਆਂ ਟੈਕਨੀਕਲ ਗੱਲਾਂ ਤੁਸੀਂ ਕਹੀਆਂ ਆਮ ਜਨਤਾ ਦੀ ਸਮਝ ਤੋਂ ਬਾਹਰ ਨੇ, ਮੈਂ ਸਿਰਫ ਮੋਟਾ ਜਿਹਾ ਮੈਨੂੰ ਇਹ ਦੱਸੋ ਕਿ ਪਿਛਲੇ ਸਾਲ ਜਿਹਦਾ ਬਿੱਲ 3000 ਆਂਦਾ ਸੀਗਾ, ਉਹਦਾ ਹੁਣ ਬਿੱਲ ਜਿਹੜੀਆਂ ਸਾਰੀਆਂ ਧਰਾਵਾਂ ਵੱਧ ਕੇ ਕਿੰਨਾ ਬਿੱਲ ਆਊਗਾ? ਉਹਦਾ ਹੁਣ ਵੇਟਡ ਐਵਰੇਜ ਤਾਂ 2 ਤੋਂ 3% ਹੀ ਵਧੇਗਾ। ਉਹਦੇ 'ਚ ਇਹ ਹੈ 2 ਪਾਰਟ ਟੈਰਿਫ। ਇੱਕ ਹੈ એનર્ਜੀ ਚਾਰजेस ਕਿੰਨੇ ਵਧੇ, ਠੀਕ ਹੈ, ਕੁਝ ਸੈਕਸ਼ਨ ਨੂੰ ਰਿਆਇਤ ਵੀ ਮਿਲੀ ਹੈ। ਸੋ ਇਹਨਾਂ ਨੇ ਇਹਦੇ 'ਚ ਇਹ ਕੀਤਾ ਕਿ ਕਿਉਂਕਿ
ਜਦੋਂ ਅਸੀਂ ਪਾਵਰ ਪਲਾਂਟ ਚਲਾਉਂਦੇ ਆ ਜਾਂ ਬਿਜਲੀ ਲੈਂਦੇ ਆ ਉਹ 24 ਘੰਟੇ ਲੈਣੀ ਪੈਂਦੀ ਹੈ। ਸੋ ਇਹਨਾਂ ਨੇ ਜਿਹੜੇ ਰਾਤ ਨੂੰ ਬਿਜਲੀ ਵਰਤਣਗੇ ਰਾਤ ਦੇ 10 ਵਜੇ ਤੋਂ 6 ਵਜੇ ਤੱਕ ਉਹਨਾਂ ਦਾ ਟੈਰਿਫ ਘਟਾਇਆ ਵੀ ਹੈ। ਠੀਕ ਹੈ, ਸੋ ਇਸ ਕਰਕੇ ਓਵਰਆਲ ਤਾਂ 2 ਤੋਂ 3% ਹੀ ਵਾਧਾ ਹੋਏਗਾ। ਸੋ ਜਿਹੜਾ ਇਹ ਪਰ ਕਿਲੋਵਾਟ ਇਹਦੇ ਚ ਦੋ ਚਾਰजेस ਨੇ ਜਿਵੇਂ ਤੁਸੀਂ ਪੁੱਛਿਆ, ਜਿਹੜੇ ਫਿਕਸ ਚਾਰजेस ਲਗਾਏ ਗਏ ਨੇ ਹਾਂ ਉਹ ਦੇਖੋ ਉਹ ਤਾਂ 5 20 ਤੋਂ 25 ਕਰਤੇ, 25 ਤੋਂ 30 ਕਰਤੇ, 30 ਤੋਂ 35 ਕਰਤੇ, ਉਹਨਾਂ ਦਾ ਵਾਧਾ ਜ਼ਿਆਦਾ ਹੈ ਉਹਦੇ ਚ। ਲੇਕਿਨ ਓਵਰਆਲ ਉਹਨੇ ਜਦੋਂ ਰਿਫਲੈਕਟ ਹੋਣਾ ਹੈ ਉਹ 2.5-3% ਤੋਂ ਵੱਧ ਨਹੀਂ। ਖਾਲਿਦ ਸਾਹਿਬ ਅਜਿਹੇ ਦੇ ਵਿੱਚ ਜਦੋਂ ਬਿਜਲੀ ਦੇ ਰੇਟ ਆਪਾਂ ਪਿਛਲੀ ਵਾਰ ਵੀ ਡਿਸਕਸ਼ਨ ਕੀਤੀ ਸੀਗੀ ਕਿ ਆਮ ਲੋਕਾਂ ਨੂੰ ਬੜਾ ਖਲਦਾ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੰਨੀਆਂ ਕੁ ਜ਼ਰੂਰੀ ਨੇ ਜਿਹਦੇ 'ਚ ਤੁਸੀਂ ਚਾਹ ਕੇ ਵੀ ਘੱਟ ਨਹੀਂ ਕਰ ਸਕਦੇ। ਜੇ ਕਿਸੇ ਨੇ ਪੱਖਾ ਕੂਲਰ ਲਾਈਟ ਚਲਾਣੀ ਹੈ ਤਾਂ ਉਹ ਚਲਾਣੀ ਹੀ ਚਲਾਣੀ ਹੈ, ਜਿਹਦੇ 'ਚ ਉਹਨੂੰ ਇਹ ਵੀ ਪਤਾ ਲੱਗਦਾ ਕਿ ਹੁਣ ਮੈਨੂੰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ। ਔਰ ਜਿਵੇਂ ਸ਼ਰਮਾ ਸਾਹਿਬ ਨੇ ਕਿਹਾ ਕਿ ਇੱਕੋ ਵਾਰ ਦੀ ਜਗ੍ਹਾ ਅਸੀਂ 5 ਵਾਰ ਝਟਕੇ ਲਾਏ। 2% ਦਾ ਫਰਕ ਪਿਆ। ਸ਼ਰਮਾ ਜੀ ਇਦਾਂ ਹੈਗਾ ਕਿ ਜਿਹੜੀ ਇਹ ਗੱਲ ਕਰ ਰਹੇ ਨਾ ਇਹਦੇ 'ਚ ਕੋਈ ਦੋਰਾ ਨਹੀਂ। ਪਬਲਿਕ ਪਰਸੈਪਸ਼ਨ ਕੀ ਹੈ? ਪਬਲਿਕ ਪਰਸੈਪਸ਼ਨ ਤਾਂ ਇਹ ਹੈਗੀ ਹੈ ਕਿ 5 ਵਾਰ ਵੱਧ ਗਏ, ਚਾਹੇ ਉਹ ਨੋਮੀਨਲ ਵਧੇ ਚਾਹੇ ਜ਼ਿਆਦਾ ਵਧੇ। ਦੋ ਤਾਂ ਵੱਡੇ ਝਟਕੇ ਹੋ ਗਏ। ਇੱਕ ਤਾਂ ਜਿਹੜਾ ਪਿਛਲੇ ਸਾਲ ਵਾਲਾ ਜਿਹਦੇ ਵਿੱਚ ਤਕਰੀਬਨ 8 ਜਾਂ 9% ਵਧਿਆ ਸੀਗਾ, ਤੇ ਇਹ ਹੁਣ ਵਾਲਾ ਜਿਹੜਾ ਹੈਗਾ 2.17% ਜਿਹੜਾ ਇਹ ਕਹਿ ਰਹੇ ਹਨ। ਲੇਕਿਨ ਗੱਲ ਇਹ ਹੈਗੀ ਹੈ ਇਹਦੇ ਵਿੱਚ ਮੈਂ ਇੱਕ ਜਿਹੜਾ ਡਾਇਮੈਂਸ਼ਨ ਐਡ ਕਰੂੰਗਾ, ਉਹ ਡਾਇਮੈਂਸ਼ਨ ਇਹ ਹੈਗੀ ਹੈ ਚਾਹੇ ਦੋਨੇ ਚਾਹੇ ਰੈਗੂਲੇਟਰੀ ਬਾਡੀ ਹੈ ਜਾਂ ਸਾਡਾ ਇਲੈਕਟ੍ਰਿਸਿਟੀ ਬੋਰਡ ਹੈ, ਉਹਨਾਂ ਨੂੰ ਇੱਕ ਚੀਜ਼ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਕਿ ਇੱਕ ਤਾਂ ਬੈਲੈਂਸ ਹੋਵੇ ਡੋਮੈਸਟਿਕ ਜਿਹੜੇ ਹੈਗੇ ਚਾਰजेस ਔਰ ਇੰਡਸਟਰੀ ਦੇ ਚਾਰजेस। ਹੁਣ ਇੰਡਸਟਰੀ ਨੂੰ ਤੁਸੀਂ ਕਿਹਾ 5 ਰੁਪਏ ਅਸੀਂ ਬਿਜਲੀ ਦੇਾਂਗੇ, ਉਹਦੇ ਵਾਸਤੇ ਤੁਸੀਂ 748 ਕਰੋੜ ਰੁਪਇਆ ਮੇਰੇ ਖਿਆਲ ਰਿਲੀਜ਼ ਕੀਤਾ ਜਨਵਰੀ ਦੇ ਵਿੱਚ, ਜਿਹਦੇ ਵਿੱਚ ਪੁਰਾਣਾ ਵੀ ਸੀਗਾ ਤੇ ਹੁਣ ਦਾ ਵੀ ਜਿਹੜਾ ਹੈਗਾ ਦਿੱਤਾ। ਉਸ ਤੋਂ ਬਾਅਦ ਤੁਸੀਂ ਇੱਧਰ ਅਗਰ ਤੁਸੀਂ ਘਟਾ ਰਹੇ ਹੋ ਤਾਂ ਉੱਧਰ ਅਗਰ ਡੋਮੈਸਟਿਕ ਦੇ ਵਿੱਚ ਵਧੇਗਾ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮਚੇਗੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਕਹਾਂਗਾ ਕਿ ਸਾਡੀ ਜਿਹੜੀ ਪਿਲਫਰੇਜ ਹੈ ਉਹ ਕਾਫੀ ਜ਼ਿਆਦਾ ਹੈ, ਔਰ दूसरे पिलफरेज पॉलिटिकली मोटिवेटेड भी है, पॉलिटिकली प्रोटेक्टेड भी है। और ਜਿਹੜੇ ਬੰਦੇ ਅਗਰ ਕੋਈ ਛਾਪਾ ਮਾਰਨ ਵੀ ਚਲਾ ਜਾਵੇ ਜਾਂ ਕਿਤੇ ਚੈੱਕ ਵੀ ਕਰਨ ਚਲਾ, ਉਹਨਾਂ ਉੱਪਰ ਅਟੈਕ ਵੀ ਹੋਇਆ, ਆਪਾਂ ਸਾਰਿਆਂ ਨੂੰ ਪਤਾ ਇਸ ਚੀਜ਼ ਦੇ ਬਾਰੇ। ਨੰਬਰ 1 ਇਸ ਚੀਜ਼ ਨੂੰ ਦੇਖਣਾ ਚਾਹੀਦਾ। ਦੂਸਰਾ ਜਿਹੜਾ ਆਪਣੀ ਟਰਾਂਸਮਿਸ਼ਨ ਦੇ ਵਿੱਚ ਜਿਹੜਾ ਲਾਸ ਹੁੰਦਾ ਉਹ ਲਾਸ 17% ਸੀਗਾ, ਹੁਣ ਘਟ ਕੇ ਮੇਰਾ ਖਿਆਲ ਹੈ 14 ਜਾਂ 15% ਰਹਿ ਗਿਆ। ਇਹਨਾਂ ਚੀਜ਼ਾਂ ਦੇ ਉੱਪਰ ਵੀ ਜ਼ੋਰ ਦੇਣਾ ਚਾਹੀਦਾ ਤਾਂ ਕਿ ਆਡਿਟਿੰਗ ਪ੍ਰੋਪਰ ਹੋਵੇ ਕਿ ਕਿੰਨੀ ਪਾਵਰ ਸਾਨੂੰ ਆਉਂਦੀ ਹੈ ਅਗਰ ਪ੍ਰਾਈਵੇਟ ਉਹਨਾਂ ਤੋਂ ਲੈਂਦੇ ਆ, ਔਰ ਕਿੰਨੀ ਜਿਹੜੀ ਹੈਗੀ ਅਸੀਂ ਦੇ ਰਹੇ ਹਾਂ, ਔਰ ਕਿੰਨਾ ਜਿਹੜਾ ਹੈਗਾ ਉਹ ਲਾਸ ਹੋ ਰਿਹਾ, ਉਹ ਲਾਸ ਨੂੰ ਵੀ ਘਟਾਇਆ ਜਾ ਸਕਦਾ। ਉਹਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਾਲ 2 ਸਾਲ ਤਾਂ ਲੋੜ ਨਹੀਂ ਪੈਗੀ ਟੈਰਿਫ ਵਧਾਉਣ ਦੀ, ਅਗਰ ਆਡਿਟਿੰਗ ਪ੍ਰੋਪਰ ਹੋਵੇ। ਫਿਰ ਜਿਹੜਾ ਤੁਹਾਡਾ ਲਾਈਨਮੈਨ ਹੈ, ਤੁਹਾਡੀ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ, ਉਸ ਚੀਜ਼ ਨੂੰ ਮੇਰਾ ਖਿਆਲ ਹੈ ਕਾਫੀ ਜ਼ਿਆਦਾ ਕੰਟਰੋਲ ਕਰਨ ਦੀ ਲੋੜ ਹੈ। ਠੀਕ ਹੈ, ਕਿਉਂਕਿ ਸਰਕਾਰ ਨੇ ਇਹ ਵਾਅਦਾ ਵੀ ਕੀਤਾ ਸੀ ਵੀ ਸੱਤਾ ਦੇ ਵਿੱਚ ਜਦੋਂ ਅਸੀਂ ਆਏ ਤਾਂ ਅਸੀਂ ਆਡਿਟ ਵੀ ਕਰਾਂਗੇ ਔਰ ਬਿਜਲੀ ਦੇ ਰੇਟ ਕਿਸੇ ਵੀ ਕੀਮਤ ਵਿੱਚ ਵਧਣ ਨਹੀਂ ਦਿਆਂਗੇ, ਘੱਟ ਜ਼ਰੂਰ ਕਰਾਂਗੇ। ਹਾਲਾਂਕਿ ਇੰਡਸਟਰੀ ਵਾਲੇ ਕਹਿੰਦੇ ਨੇ ਕਿ 5 ਰੁਪਏ ਸਾਨੂੰ ਕਿਹਾ ਗਿਆ, ਪਰ ਜੇ ਟੈਕਸ ਟੁਕਸ ਪਾ ਕੇ ਸਾਨੂੰ 8 ਰੁਪਏ ਪ੍ਰਤੀ ਯੂਨਿਟ ਹਾਲੇ ਵੀ ਪੈ ਰਿਹਾ ਵਾਅਦਾ ਕਰਨ ਦੇ ਬਾਵਜੂਦ ਵੀ। ਮੈਂ ਸ਼ਰਮਾ ਸਾਹਿਬ ਇੱਕ ਛੋਟੀ ਜਿਹੀ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਅਸੀਂ 5 ਵਾਰਾਂ ਦੇ ਵਿੱਚ ਇਹ ਝਟਕੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਿਆਦਾ ਵੱਡਾ ਝਟਕਾ ਜਨਤਾ ਨੂੰ ਨਾ ਲੱਗੇ, ਪਰ ਜਨਤਾ ਦੀ ਪਰਸੈਪਸ਼ਨ ਹੁਣ ਇਹ ਬਣ ਚੁੱਕੀ ਹੈ ਕਿ ਸਰਕਾਰ ਕਿਸੇ ਵੀ ਤਰੀਕੇ ਨਾਲ ਸਾਡੀ ਜੇਬ ਚੋਂ ਪੈਸੇ ਕੱਢਣਾ ਚਾਹੁੰਦੀ ਹੈ। ਤੁਸੀਂ ਪ੍ਰੋਫੈਸ਼ਨਲ ਟੈਕਸ ਵੀ ਲਗਾਇਆ, ਤੁਸੀਂ ਸੈਸ ਵੀ ਲਗਾਇਆ ਮਿਊਨਿਸਪਲ ਕਾਰਪੋਰੇਸ਼ਨ ਦਾ, ਤੁਸੀਂ ਹੋਰ ਵੀ ਟੈਕਸ ਬਿਜਲੀ ਤੇ ਲਗਾਏ। ਹੁਣ ਜਨਤਾ ਦੀ ਵੀ ਇੱਕ ਲਿਮਟ ਹੈ, ਇੱਕ ਹੱਦ ਹੈ ਪੈਸਾ ਦੇਣ ਦੀ ਜਾਂ ਟੈਕਸ ਦੇਣ ਦੀ। ਹੁਣ ਕਿੰਨਾ ਕੁ ਤੁਸੀਂ ਉਹਨਾਂ ਤੋਂ ਉਗਰਾਓਗੇ? ਤੁਹਾਡਾ ਬਹੁਤ ਵਾਜਬ ਕੁਐਸਚਨ ਹੈ, ਪਰ ਤੁਸੀਂ ਮੈਨੂੰ ਪਹਿਲੇ ਵਾਲੀ ਫੁੱਲ ਸਟਾਪ ਲਗਾ ਦਿੱਤਾ ਸੀ ਵੀ ਖਜ਼ਾਨੇ ਖਾਲੀ ਬਾਰੇ ਨਾਲ ਗੱਲ ਕਰਨਾ ਵੀ ਸਾਡੇ ਕੋਲ ਪੈਸੇ ਹੈ ਨਹੀਂ। ਤੁਹਾਨੂੰ ਇਹ ਕਹਿੰਦੇ ਬਰਾੜ ਸਾਹਿਬ 31,000 ਕਰੋੜ, ਪ੍ਰਾਈਮ ਮਿਨਿਸਟਰ ਨੂੰ 10 ਵਾਰੀ ਟਰਾਈ ਕੀਤੀ ਹੈ, ਹੋਮ ਮਿਨਿਸਟਰ ਮਿਲ ਚੁੱਕਿਆ ਹੈ, ਫਾਈਨੈਂਸ ਮਿਨਿਸਟਰ ਮਿਲ ਚੁੱਕਿਆ ਰਾਜਾ ਸਾਹਿਬ। ਉਸ ਤੋਂ 6,000 ਕਰੋੜ ਲੈਣਾ ਸੀ ਤੇ ਕਦੀ 200 ਕਰੋੜ ਰੁਪਈਆ ਦੇ ਦਿੰਦੇ ਸੀ, ਕਦੀ 50 ਕਰੋੜ ਦੇ ਦਿੰਦੇ ਸੀ। ਜੇ ਸਾਡੇ ਕੋਲ ਪੈਸੇ ਨਾ ਹੋਣ ਤੇ ਅਸੀਂ ਹੋਰ ਡੈਟਰ ਬਣੀ ਚਲੀਏ, ਲੋਕਾਂ ਦੀ ਕਰਜ਼ਦਾਰੀ ਉਹਨੂੰ ਕਵਰ ਕਰਾਂਗੇ। ਜੇ ਪੈਸੇ ਆ ਜਾਣਗੇ ਗਵਰਨਮੈਂਟ ਨੂੰ ਚਾਹ ਥੋੜਾ, ਗਵਰਨਮੈਂਟ ਨੂੰ ਵਧਾਉਣ ਦਾ ਚਾਹ ਤੋਂ ਇੱਕ ਮਿੰਟ ਮੈਨੂੰ ਮੌਕਾ ਦੇ ਦਿਓ, ਗੱਲ ਕਰ ਲਓ ਪੂਰੀ, ਉਹਦੇ ਚ ਐਡ ਆਨ ਕਰਦਾ ਸਿਰਫ ਇੰਨੀ ਗੱਲ ਮੌਕਾ ਦੇ ਦਿਓ। ਤੁਸੀਂ ਕਹਿੰਦੇ ਹੋ ਜਿਹੜੀ ਐਪਰੀਸ਼ੀਏਟ ਕਰਨ ਵਾਲੀ ਉਹ ਕਰਦੇ ਨੇ, ਹਰ ਵਾਰੀ ਡੈਪਰੀਸ਼ੀਏਟ ਨਹੀਂ ਕਰੋ। ਗਵਰਨਮੈਂਟ ਸਰਕਾਰ ਦੀ ਕੇਂਦਰ ਸਰਕਾਰ ਦੀ ਵੱਡੀ ਗਲਤੀ ਹੈ ਕਿ ਉਹ GST ਦਾ ਪੈਸਾ ਤੁਹਾਨੂੰ ਨਹੀਂ ਦਿੰਦੀ। ਇਹੀ ਮੁੱਦਾ ਹੈ, ਬੜੀ ਵੱਡੀ ਗੱਲ ਹੈ, ਪੈਸੇ ਮਿਲ ਜਾਂਦੇ, ਮੈਂ ਉਹੀ ਕਹਿ ਰਿਹਾ ਨਾ, ਟਾਈਮ ਤੇ ਨਹੀਂ ਮਿਲਦਾ, ਟਾਈਮ ਤੇ ਨਹੀਂ ਮਿਲਦਾ। ਅੱਛਾ ਸ਼ਰਮਾ ਸਾਹਿਬ ਇੱਕ ਗੱਲ ਦੱਸੋ, ਜਦੋਂ GST ਦਾ ਸਾਰਾ ਪੈਸਾ ਤੁਹਾਡੇ ਕੋਲ ਆ ਜਾਊਗਾ, ਇਹ ਸਾਰਾ ਪੈਸਾ ਵਾਪਸ ਕਰੋਗੇ ਲੋਕਾਂ ਦਾ?
ਲੋਕਾਂ ਨੂੰ ਪੈਸਾ ਹੋਏਗਾ, ਰੇਟ ਕੱਟਣਗੇ ਵੀ। ਹਿੰਦੁਸਤਾਨ 'ਚ ਇਨਕਮ ਟੈਕਸ 97% ਹੁੰਦਾ ਹੀ, ਫਿਰ 77 ਹੈ, 60 ਹੈ। ਐਸੇ ਹਿੰਦੁਸਤਾਨ ਸਭ ਤੋਂ ਘੱਟ ਰੇਟ ਹੈ, 30% ਇਨਕਮ ਟੈਕਸ ਹੈ। ਇਹ ਡਾਕਟਰ ਮਨਮੋਹਨ ਸਿੰਘ ਵੇਲੇ ਦਾ ਚੱਲਿਆ ਆ ਰਿਹਾ। ਮੈਂ ਉਹੀ ਕਹਿ ਰਿਹਾ ਸ਼ਰਮਾ ਸਾਹਿਬ ਮੁੱਦਾ ਇਹ ਕਹਿ ਰਿਹਾ ਕਿ ਤੁਸੀਂ ਇਹ ਤਰਕ ਦੇ ਰਹੇ ਹੋ ਕਿ GST ਦਾ ਪੈਸਾ ਟਾਈਮ ਸੇ ਸਾਡੇ ਕੋਲ ਵਾਪਸ ਨਹੀਂ ਆਉਂਦਾ, ਇਸੇ ਕਰਕੇ ਸਾਨੂੰ ਉਗਰਾਹੀ ਕਰਨੀ ਪੈ ਰਹੀ ਹੈ ਲੋਕਾਂ ਤੋਂ। ਜਦੋਂ ਪੈਸਾ ਆ ਜਾਊਗਾ ਸਾਰੇ ਟੈਕਸ ਵਾਪਸ ਲੈ ਲਓਗੇ, ਸਭ ਕੁਝ ਖਤਮ ਕਰ ਦੋਗੇ, ਫਿਰ ਰੇਟ ਕੱਟਣਗੇ। ਪੈਸਾ ਤੇ ਲੋਕਾਂ ਵਾਸਤੇ, ਸਰਕਾਰ ਦੇ ਫੰਡ ਜਿਹੜੇ ਲੋਕਾਂ ਵਾਸਤੇ ਆ, ਕਿਸੇ ਅਫਸਰ ਦੇ ਕਮਿਸ਼ਨ ਦੇ ਘੱਟ ਨਹੀਂ ਜਾਣੇ। ਬਰਾੜ ਸਾਹਿਬ, ਤੁਹਾਡੀ ਭਾਈਵਾਲ ਪਾਰਟੀ ਪੰਜਾਬ ਨੂੰ ਖਰਾਬ ਕਰ ਰਹੀ ਹੈ। ਜੇਕਰ ਸਮੇਂ ਸਿਰ ਪੈਸਾ ਦਿੱਤਾ ਹੋਵੇ ਤਾਂ ਜਨਤਾ ਤੇ ਬੋਝ ਵੀ ਨਾ ਪਵੇ। ਮੈਂ ਸਭ ਤੋਂ ਪਹਿਲਾਂ ਤਾਂ 2-3 ਗੱਲਾਂ ਜਿਹੜੀਆਂ ਪਹਿਲੀਆਂ ਉਹਨਾਂ ਦਾ ਜਵਾਬ ਦੇ ਦੇਣਾ। ਇਹ ਬਾਜਵਾ ਸਾਹਿਬ ਨੇ ਖੁਦ ਨੇ ਫਰਮਾਇਆ ਕਿ 2 ਸਾਲ ਜਾਂ ਪਿਛਲੇ 2-2.5 ਸਾਲ ਜਿਹੜਾ ਸੀਗਾ ਜਾਂ 2.5 ਸਾਲ ਵਾਧਾ ਨਹੀਂ ਹੋਇਆ। ਤੇ ਨਾਲ ਇਹਨਾਂ ਨੇ ਇੱਕ ਇਹ ਵੀ ਗੱਲ ਕੀਤੀ ਕਿ ਪਿਛਲੀ ਸਰਕਾਰ ਨੇ ਸ਼ਾਇਦ ਇਲੈਕਸ਼ਨ ਦੀ ਸੋਚ ਨਾਲ 2-2.5 ਸਾਲ ਪਹਿਲਾਂ ਤਾਂ ਸ਼ਾਇਦ ਕੋਈ ਇਲੈਕਸ਼ਨ ਹੈ ਨਹੀਂ ਸੀਗਾ। ਇਹ ਸਰਕਾਰ ਦੀ ਮੈਨੇਜਮੈਂਟ ਹੀ ਸੀ, ਜੇ ਨਹੀਂ ਰੇਟ ਵਧਾਏ ਤਾਂ ਆਪਣੇ ਆਪ ਨੂੰ ਮੈਨੇਜ ਕਰਕੇ ਚੱਲੇ। ਇੱਕ ਤਾਂ ਮੈਂ ਇਹ ਬੇਨਤੀ ਕਰਦਾ। ਦੂਜਾ, ਸਾਰੇ ਪੈਨਲਿਸਟ ਨੇ ਇੱਕ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਾਜਵਾ ਸਾਹਿਬ ਨੇ ਵੀ, ਖਾਲਿਦ ਸਾਹਿਬ ਨੇ ਵੀ, ਕਿ 2-3% ਦਾ ਹੀ ਵਾਧਾ ਹੈ। ਮੈਂ ਜਿਹੜਾ ਹੈਗਾ 2.2 ਦਾ ਪਹਿਲਾ ਵਾਧਾ ਕੀਤਾ ਗਿਆ। ਜਿਹੜਾ ਤੁਸੀਂ 8% ਦੀ ਗੱਲ ਕਰਦੇ ਹੋ, ਮੇਰੇ ਕੋਲੇ ਸਾਰੇ ਦੀਆਂ ਸਾਰੀਆਂ ਫਿਗਰਾਂ ਹੈ, ਜਿਹਦੇ ਚ 10% ਦਾ 100 ਯੂਨਿਟ ਤੱਕ ਵਾਧਾ ਕੀਤਾ ਗਿਆ, ਇਹ 300 ਤੱਕ 6.68 ਦਾ ਕੀਤਾ ਗਿਆ, ਔਰ 500 ਯੂਨਿਟ ਤੋਂ 12.20 ਦਾ ਵਾਧਾ ਕੀਤਾ। ਮੇਰੇ ਕੋਲੇ ਹੈਗਾ ਕਿ ਐਵਰੇਜ 9 ਤੋਂ 13% ਪਈ ਹੈ। ਤੇ ਚਲੋ ਜੇ ਆਪਾਂ 12% ਐਵਰੇਜ ਵੀ ਪਾ ਲਈਏ, 12% ਹੋ ਗਿਆ। 5% ਜਿਹੜਾ ਵਿੱਤ ਮੰਤਰੀ ਸਾਹਿਬ ਨੇ ਬਜਟ ਦੇ ਵਿੱਚ ਕੀਤਾ, ਔਰ 2.17 ਹੁਣ ਕੀਤਾ, 21.57। ਔਰ ਹੋ ਸਕਦਾ ਲੁਕਵੇਂ ਕਈ ਗੱਲਾਂ ਮੈਥੋਂ ਰਹਿ ਗਈਆਂ ਹੁਣ, ਲਗਭਗ 25%। 100 ਦੀ ਥਾਂ ਤੇ 125 ਰੁਪਏ ਹਰ ਬੰਦੇ ਨੂੰ ਦੇਣੇ ਪੈ ਰਹੇ ਆ। ਇੱਕ ਗੱਲ। ਦੂਜੀ ਗੱਲ ਜਿਹੜੀ ਵੱਡੀ ਗੱਲ ਹੈਗੀ ਆ, ਜਿਹੜੀ ਸਭ ਤੋਂ, ਕਿ 2500 ਤੇ 22 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਪਿੱਛੋਂ ਰੇਟ ਵਧਾਤੇ ਸੀਗੇ, ਤੇ ਜਿਹੜੇ ਵੱਡੇ ਵੱਡੇ ਬਿੱਲ ਆਉਣੇ ਸ਼ੁਰੂ ਹੋਏ ਆ ਔਰ ਗਾਂ ਸਾਲ ਤੱਕ ਵਾਲੇ ਅਗਰਾਉਂਦੇ ਰਹਿਣੇ ਆ, ਉਹ ਬੋਝ ਪੈਣਾ। ਆ ਜਿੰਨਾ ਤੁਸੀਂ ਦੱਸਿਆ 700 ਕਰੋੜ ਦਾ, ਆ ਸਿੱਧਮ ਸਿੱਧਾ ਹੁਣ ਪਾਤਾ। ਇਸ ਕਰਕੇ ਇਹ ਬੜਾ ਵੱਡਾ ਵਾਧਾ ਹੈ, ਸਰਕਾਰ ਨੂੰ ਵਾਪਸ ਲੈਣਾ ਚਾਹੀਦਾ। ਮੇਰੀ ਇਹ ਸਰਕਾਰ ਨੂੰ ਬੇਨਤੀ ਹੈ। ਇੱਕ। ਦੂਜੀ ਮੈਂ ਬੇਨਤੀ ਕਰਦਿਆਂ, ਜਿਵੇਂ ਬਾਜਵਾ ਸਾਹਿਬ ਨੇ ਫਰਮਾਇਆ, ਖਾਲਿਦ ਸਾਹਿਬ ਨੇ ਫਰਮਾਇਆ ਕਿ ਜੇ ਲਾਸਸ ਘਟਾ ਲਈਏ ਤਾਂ ਵਾਕਈ ਘਟਾਉਣ ਦੀ ਰੇਟ ਵਧਾਉਣ ਦੀ ਲੋੜ ਨਹੀਂ ਪੈਣੀ। ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਦੋਂ ਵੀ ਉਹ ਸਾਰੇ ਮਹਿਕਮੇ ਦਾ ਜਿੰਨਾ ਸਭ ਤੋਂ ਵੱਧ ਹਿੰਦੁਸਤਾਨ ਦੀ ਸਰਕਾਰ ਤੋਂ ਤਾਂ ਹੀ ਅਵਾਰਡ ਮਿਲਿਆ ਸੀ, ਸਭ ਤੋਂ ਵੱਧ ਪੈਸੇ ਜਿਹੜੇ ਆ ਉਹ ਪੁਰਾਣੀ ਜਿਹੜਾ ਜਿੰਨਾ ਸੀਗੇ ਟਰਾਂਸਮਿਸ਼ਨ ਜਾਂ ਦੂਜਾ ਸਿਸਟਮ ਬਦਲ ਕੇ 24% ਤੋਂ ਲਾਸ ਜਿਹੜੇ ਘਟਾ ਕੇ ਅਸੀਂ 17% ਤੇ ਲਿਆਂਦੇ ਸੀ। ਅੱਜ ਫਿਰ ਉਹ ਲਾਸ ਵੱਧ ਗਿਆ। ਇਸੇ ਤਰ੍ਹਾਂ ਜਿਹੜੀ ਸਰਪਲਸ ਦੀ ਗੱਲ ਕੀਤੀ ਆ, ਥਰਮਲ ਪਲਾਂਟ ਲਾਏ ਸੀ ਤਾਂ ਸਰਪਲਸ ਹੋਏ ਸੀ। ਇਸ ਕਰਕੇ ਚਲੋ ਮੈਂ ਇੱਕ ਜਵਾਬ ਬਾਜਵਾ ਸਾਹਿਬ ਇਸੇ ਸੈਗਮੈਂਟ 'ਚ ਨੇ, ਅਗਲੇ ਸੈਗਮੈਂਟ 'ਚ ਹੈ ਨਹੀਂ ਸਾਡੇ ਨਾਲ। ਬਾਜਵਾ ਸਾਹਿਬ ਤੋਂ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ। ਬਾਜਵਾ ਸਾਹਿਬ, ਜਿਹੜੀ ਗੱਲ ਖਾਲਿਦ ਸਾਹਿਬ ਨੇ ਕੀਤੀ ਹੈ ਕਿ ਜੇਕਰ ਜਿੱਥੇ ਲਾਸਸ ਨੇ, ਜਿੱਥੇ ਤੁਹਾਡੀ ਜਨਰੇਸ਼ਨ ਲਾਸ ਹੋ ਰਹੀ ਹੈ, ਜਿੱਥੇ ਤੁਹਾਡੇ ਘਾਟੇ ਪੈ ਰਹੇ ਨੇ, ਜੇਕਰ ਤੁਸੀਂ ਉਹਨਾਂ ਨੂੰ ਕਲਿੱਪ ਕਰ ਲਓਗੇ ਤਾਂ ਜ਼ਰੂਰਤ ਹੀ ਨਹੀਂ ਪੈਣੀ ਰੇਟ ਵਧਾਉਣ ਦੀ। ਐਕਚੁਅਲੀ ਇਹ ਹੈ ਸੱਚਾਈ ਨਾ, ਬਿਲਕੁਲ ਨਹੀਂ ਹੈਗੀ ਸੱਚਾਈ। ਦੇਖੋ, ਕਿਸੇ ਵੇਲੇ 27-28% ਹੁੰਦੇ ਸੀ ਲਾਸਸ। ਇਹ ਜੋ ਲਾਸਸ ਨੇ, ਇਟ ਇਨਕਲੂਡਸ ਟਰਾਂਸਮਿਸ਼ਨ ਲਾਸਸ, ਇਟ ਇਨਕਲੂਡਸ ਥੈਫਟ, ਇਟ ਇਨਕਲੂਡਸ ਸਾਰਾ ਕੁਝ ਇਨਕਲੂਡ ਕਰਦਾ ਹੈ। ਠੀਕ ਹੈ। ਸੋ ਟਰਾਂਸਮਿਸ਼ਨ ਲਾਸਸ ਤਾਂ ਹੋਣੇ ਹੀ ਹੋਣੇ ਨੇ। ਦੇयर इज नो ਰੈਜ਼ਿਸਟੈਂਸ ਫ੍ਰੀ ਕੰਡਕਟਰ ਕਿ ਲਾਸਸ ਨਹੀਂ ਹੋਣਗੇ। ਸੋ ਇਹ ਨੋਰਮੇਟਿਵ ਇੱਕ ਬਣਿਆ ਹੋਇਆ ਹੈ। ਉਹ ਰੈਗੂਲੇਟਰ ਹਰ ਵਾਰੀ ਉਹਨਾਂ ਨੂੰ ਇੱਕ ਟਾਰਗੇਟ ਦਿੰਦਾ ਹੈ ਇਹਨਾਂ ਨੂੰ। ਇਸ ਕਰਕੇ ਟੈਰਿਫ ਇਹ ਨਹੀਂ ਕਿ ਜੋ ਉਹਨਾਂ ਨੇ ਮੰਗਿਆ PSC ਉਹਨੇ PSPCL ਨੇ ਉਹ ਮਿਲ ਗਿਆ। ਸੋ ਟੈਰਿਫ ਮਿਲਦਾ ਅਕੋਰਡਿੰਗ ਟੂ ਐਫੀਸ਼ੀਐਂਸੀ। ਸੋ ਇਹ ਜਿਹੜਾ ਹੌਲੀ ਹੌਲੀ ਥੱਲੇ ਆਇਆ, ਹੁਣ 14-15% ਹੈ। ਸੋ ਇਹ ਇੱਕ ਦਿਨ 'ਚ ਨਹੀਂ ਆਇਆ ਤੇ ਕਿਸੇ ਇੱਕ ਪੋਲੀਟੀਕਲ ਬੰਦੇ ਦਾ ਕੰਮ ਨਹੀਂ। ਠੀਕ ਹੈ। ਸੋ ਇੱਕ ਮਿੰਟ, ਇਹ ਬੇਸਿਕਲੀ ਸਰਕਾਰ ਦਾ ਇਹਦੇ 'ਚ ਕੋਈ ਰੋਲ ਨਹੀਂ ਹੁੰਦਾ। ਚਲੋ ਇੰਜੀਨੀਅਰਾਂ ਦਾ ਹੀ ਰੋਲ ਹੁੰਦਾ ਜੀ, ਸਾਰਾ ਹੀ ਅੱਜ ਵੀ ਇੰਜੀਨੀਅਰਾਂ ਦਾ ਹੀ ਰੋਲ ਆ। ਆਪਾਂ ਤਾਂ ਇਹਦੇ 'ਚ 1% ਥੱਲੇ ਲਿਆਉਣ ਲਈ ਵੀ ਬੜੀ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ 1% ਥੱਲੇ ਲਿਆਉਣ ਨਾਲ ਵੀ 500-600 ਕਰੋੜ ਰੁਪਏ ਦਾ ਫਰਕ ਪੈਂਦਾ। ਸੋ ਇਸ ਕਰਕੇ ਗੱਲ ਇਹ ਹੈ ਕਿ ਇਹਦੇ ਵਿੱਚ ਰੈਗੂਲੇਟਰਸ ਜਿਹੜਾ ਉਹ ਸਾਰੇ ਟੈਕਨੀਕਲ ਚੀਜ਼ਾਂ ਨੂੰ ਵੇਖ ਕੇ ਤੁਹਾਨੂੰ ਪਤਾ ਕਿ ਪਿਛਲੇ ਕਿੰਨੇ ਸਾਲਾਂ 'ਚ ਸਾਰੇ ਦੇ ਸਾਰੇ ਮੀਟਰ ਬਾਹਰ ਕੱਢ ਕੇ ਘਰਾਂ ਤੋਂ ਖੰਭਿਆਂ ਤੇ ਲਾ ਦਿੱਤੇ ਗਏ। ਸੋ એનર્ਜੀ ਆਡਿਟ ਅੱਜ ਤੋਂ ਨਹੀਂ ਹੋ ਰਿਹਾ, એનર્ਜੀ ਆਡਿਟ ਤਕਰੀਬਨ 15 ਸਾਲਾਂ ਤੋਂ ਹੋ ਰਿਹਾ। ਸੋ ਟਰਾਂਸਫਾਰਮਰਾਂ ਤੇ ਮੀਟਰ ਲੱਗੇ ਨੇ, ਅੱਗੇ ਲੱਗੇ ਨੇ, ਕੱਲੀ ਚੀਜ਼ ਦਾ ਹੋ ਰਿਹਾ। ਉਹਦੇ ਕਰਕੇ ਜਿਹੜੇ ਲਾਸਸ ਨੇ PSPCL ਦੇ ਉਹ ਕਾਫੀ ਘੱਟ ਨੇ, ਤੇ એનર્ਜੀ ਆਡਿਟ ਵੀ ਹੁੰਦਾ ਹੈ ਤੇ ਥੈਫਟ ਵੀ ਹੁੰਦੀ ਹੈ। ਕਿਉਂਕਿ ਥੈਫਟ ਦੇ ਤੁਸੀਂ ਸਾਰਾ ਜਿਹੜਾ ਬਹੁਤ ਸਟਰੇ ਏਰੀਆ ਹੈ ਉੱਥੋਂ ਤੱਕ ਨਹੀਂ ਜਾ ਸਕਦੇ, ਕਿਉਂਕਿ ਤੁਹਾਡਾ ਖਰਚ ਜ਼ਿਆਦਾ ਹੋ ਜਾਣਾ ਹੈ ਤੇ ਤੁਹਾਨੂੰ ਵਾਪਸ ਘੱਟ ਆਉਣਾ। ਸੋ ਥੈਫਟ ਕਾਫੀ ਕੰਟਰੋਲ ਹੋਈ ਹੈ, ਕਿਉਂਕਿ ਜਿਹੜਾ ਇੰਡਸਟਰੀ ਦਾ ਮੇਨ ਪੋਰਸ਼ਨ ਹੈ ਉੱਥੇ ਬਿਲਕੁਲ ਥੈਫਟ ਨਹੀਂ, ਕਿਉਂਕਿ ਰਿਕਾਰਡਡ ਮੀਟਰਸ ਨੇ, ਅੱਧੇ ਘੰਟੇ ਦੀ ਪਲਸ ਵੀ ਰਿਕਾਰਡ ਹੁੰਦੀ ਹੈ। ਸੋ ਇਸ ਕਰਕੇ ਟੈਕਨੀਕਲੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੋਈ ਇਹਨੂੰ ਦੇਖ ਨਹੀਂ ਰਿਹਾ ਜਾਂ ਬਚਾਏ ਜਾ ਸਕਦੇ ਨੇ। ਸੋ ਖਰਚੇ ਹਰ ਸਾਲ ਥੋੜੇ ਬਹੁਤੇ ਵੱਧਦੇ ਨੇ ਹਰ ਚੀਜ਼ ਦੇ। ਉਹ ਇਨਪੁਟ ਦੇ ਜਿਹੜੇ ਕੰਪੋਨੈਂਟਸ ਨੇ ਉਹ ਆਊਟਪੁੱਟ 'ਚ ਰਿਫਲੈਕਟ ਹੋਣੇ ਹੀ ਹੋਣੇ ਨੇ। ਚਲੋ ਠੀਕ ਹੈ।
ਆਪਾਂ ਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਮੰਡੀਆਂ ਦੀ। ਮੰਡੀਆਂ ਦੇ ਵਿੱਚ ਜਿਹੜਾ ਕਣਕ ਰੁਲ ਰਹੀ ਹੈ ਉਸ ਤੇ ਵੀ ਚਰਚਾ ਕਰਾਂਗੇ, ਔਰ ਖਾਸ ਗੱਲ ਇਹ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇੱਕ ਦਾਣਾ ਵੀ ਨਹੀਂ ਰੁਲਣ ਦਿੱਤਾ ਜਾਏਗਾ, ਪਰ ਅੱਜ ਕਿਸਾਨ ਭਾਈਚਾਰਾ ਸੜਕਾਂ ਤੇ ਉਤਰ ਆਇਆ ਆੜਤੀਆਂ ਨੂੰ ਨਾਲ ਲੈ ਕੇ। ਇੱਕ ਛੋਟੇ ਜਿਹੇ ਬ੍ਰੇਕ ਲੈ ਰਹੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਚਰਚਾ ਕਰ ਰਹੇ ਸੀ ਬਿਜਲੀ ਦੇ ਵਧੇ ਹੋਏ ਰੇਟਾਂ ਦੀ, ਔਰ ਦੂਜੀ ਵੱਡੀ ਸਮੱਸਿਆ ਜਿਹੜੀ ਹੈ ਉਹ ਕਿਸਾਨ ਭਾਈਚਾਰੇ ਨੂੰ ਆ ਰਹੀ ਹੈ ਕਣਕ ਦੀ ਲਿਫਟਿੰਗ ਨੂੰ ਲੈ ਕੇ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਲਿਫਟਿੰਗ ਟਾਈਮ ਸਿਰ ਹੋਵੇਗੀ, ਜੇ ਟਰੱਕ ਨਹੀਂ ਆਉਂਦੇ ਤਾਂ ਟਰਾਲੀਆਂ ਦੇ ਰਾਹੀਂ ਅਸੀਂ ਲਿਫਟਿੰਗ ਕਰਾਂਗੇ, ਪਰ ਹਾਲ ਕੀ ਹੋ ਰਿਹਾ ਮੰਡੀਆਂ ਦੇ ਵਿੱਚ ਇਹ ਹੁਣ ਸਭ ਨੂੰ ਪਤਾ ਹੈ। ਅੰਬਾਰ ਲੱਗ ਚੁੱਕੇ ਨੇ ਵੱਡੇ ਵੱਡੇ, ਲਿਫਟਿੰਗ ਹੋ ਨਹੀਂ ਪਾ ਰਹੀ। ਸਾਡੇ ਨਾਲ ਖਾਸ ਮਹਿਮਾਨ ਨਛੱਤਰ ਸਿੰਘ ਬੈਦਵਾਨ ਸਾਹਿਬ ਜੁੜ ਗਏ ਨੇ, ਆਗੂ ਨੇ BKU ਦੇ। ਬੈਦਵਾਨ ਸਾਹਿਬ, ਪਹਿਲਾਂ ਤਾਂ ਇਹ ਰਿਐਲਿਟੀ ਦੱਸੋ ਕਿ ਇਹ ਮੰਡੀਆਂ ਦੇ ਵਿੱਚ ਅੰਬਾਰ ਲੱਗੇ ਕਿਉਂ ਨੇ? ਇਹ ਸਰਕਾਰ ਦੀ ਨਲਾਇਕੀ ਹੈ ਜੀ। ਜੇ ਇਹੀ ਜੋ ਇਹਨਾਂ ਨੇ ਫਾਈਨਲ ਕਰਨੇ ਹੁੰਦੇ ਹੈਗੇ, ਜਿੰਨੇ ਵੀ ਟਰੱਕ ਉਹਨਾਂ ਦਾ ਰੇਟ ਹੈ ਉਹ 15 ਮਾਰਚ ਤੱਕ ਹੋ ਜਾਣੇ ਚਾਹੀਦੇ ਨੇ। ਜਦੋਂ 15 ਮਾਰਚ ਤੱਕ ਅਗਰ ਰੇਟ ਸਾਰਾ ਕੁਝ ਤੈਅ ਹੋ ਜਾਵੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਤਰਪਾਲਾਂ ਦਾ ਪ੍ਰਬੰਧ, ਹੋਰ ਪ੍ਰਬੰਧ ਬੰਦਾ ਕਰ ਦਿੰਦਾ ਗਾ। ਲੇਕਿਨ ਇਹ ਪਹਿਲੀ ਵਾਰ ਹੋਇਆ ਕਿ ਮੌਜੂਦਾ ਰੇਟ ਜੋ ਚੱਲ ਰਹੇ ਸੀ ਉਹਨਾਂ ਤੋਂ ਵੀ ਘਟਾ ਕੇ ਉਹਨਾਂ ਨੂੰ ਚੱਕਣ ਦੀ ਮਜਬੂਰ ਕੀਤਾ ਜਾਂਦਾ। ਨੋ ਡਾਊਟ ਕਿ ਸਰਕਾਰੀ ਜਿਹੜੇ ਆਫੀਸਰ ਨੇ ਆਪਣੇ AC ਕਮਰਿਆਂ 'ਚ ਬੈਠ ਕੇ ਉਹ ਕੋਈ ਵੀ ਹੁਕਮ ਲਾਗੂ ਕਰਾਉਣ 'ਚ ਮਾਹਰ ਵੀ ਨੇ ਤੇ ਡੰਡੇ ਨਾਲ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਨੇ, ਲੇਕਿਨ ਇਹਦਾ ਜਿਹੜਾ ਇੰਪੈਕਟ ਹੈਗਾ ਉਹਦੇ ਨਾਲ ਕਿਸਾਨ ਭਾਈਚਾਰਾ ਤੇ ਆੜਤੀ ਭਾਈਚਾਰਾ, ਇਹਨਾਂ ਦੋਵਾਂ ਨੂੰ ਪ੍ਰੋਬਲਮਾਂ ਵੀ ਕ੍ਰੀਏਟ ਹੁੰਦੀਆਂ ਨੇ ਤੇ ਨੁਕਸਾਨ ਵੀ ਜ਼ਿਆਦਾ ਇਹਨਾਂ ਦਾ ਹੀ ਹੁੰਦਾ। ਤੇ ਇਹ ਜਿਹੜੇ ਬਾਕੀ ਪਰ ਸਰਕਾਰ ਦਾ ਜਿਹੜਾ ਫੰਡਾ ਹੈ ਕਿ ਟਰਾਲੀਆਂ ਰਾਹੀਂ ਅਸੀਂ ਲਿਫਟਿੰਗ ਕਰਾਵਾਂਗੇ, ਔਰ ਹੋ ਵੀ ਰਹੀ ਹੈ। ਬਿਲਕੁਲ ਨਹੀਂ ਜੀ ਹੁੰਦੀ। ਹਰ ਸਾਲ ਜਿੰਨਾ ਚਿਰ ਪੂਰਾ ਟਰੱਕਾਂ ਦੇ ਵਿੱਚ ਕਦੇ ਲਿਫਟ ਨਹੀਂ ਪਈ ਸੀ, ਉਦੋਂ ਵੀ ਟਰੱਕ ਲੱਗੇ ਹੋਣ ਦੇ ਨਾਲ, ਟਰਾਲੀਆਂ ਲੱਗੇ ਹੋਣ ਦੇ ਨਾਲ ਪੂਰੀ ਲਿਫਟਿੰਗ ਟਾਈਮ ਸਿਰ ਨਹੀਂ ਹੁੰਦੀ ਸੀ, ਇੱਕ ਦੋ ਦਿਨ ਲੇਟ ਚੱਲਦਾ ਸੀ। ਲੈ ਹੁਣ ਤੁਸੀਂ ਇੰਨੇ 90,000 ਵਿੱਚੋਂ ਟਰੱਕ ਨਿਕਲ ਗਏ, ਔਰ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀ ਫਸਲ ਵਾਸਤੇ, ਆਪਣੇ ਕੰਮਾਂ ਵਾਸਤੇ ਟਰਾਲੀਆਂ ਰੱਖੀਆਂ। 600 ਰੁਪਈਆ ਗੇੜੇ ਦੇ ਉੱਪਰ ਕਿਹੜਾ ਕਿਸਾਨ ਹੈ ਜਿਹੜਾ ਉੱਥੇ ਜੀ ਹਜ਼ੂਰੀ ਕਰੇਗਾ ਤੇ ਲਾਈਨਾਂ 'ਚ ਲੱਗੇਗਾ? ਸਿਰਫ ਕੁਝ ਜਿਹੜੇ ਪ੍ਰਵਾਸੀ ਬੰਦੇ ਜਾਂ ਜਿਨ੍ਹਾਂ ਨੇ ਆਪਣੀ ਰੋਟੀ ਰੋਜੀ ਦਾ ਸਾਧਨ ਬਣਾਇਆ ਹੋਇਆ, ਉਹਨਾਂ ਦੀਆਂ ਟਰਾਲੀਆਂ ਸੜਕ ਤੇ ਚੱਲ ਰਹੀਆਂ ਨੇ। ਆਮ ਜਿਹੜੇ ਕਿਸਾਨ ਹੈ ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਉਹ ਆਪਣੀ ਜੋ ਮੌਸਮ ਹੈਗਾ, ਮੌਸਮ ਨੂੰ ਦੇਖਦੇ ਹੋ ਤਾਂ ਆਪਣੇ ਕਣਕ ਨੂੰ ਚੱਕ ਕੇ ਕੋਈ ਘਰਾਂ ਦੇਖ ਰਿਹਾ, ਕੋਈ ਮੰਡੀ 'ਚ ਪੁੱਛਣ ਜਾ ਰਿਹਾ ਕਿ ਜਾਵਾਂ ਨਾ ਸਕੀਮ ਫੇਲ ਹੁੰਦੀ ਨਜ਼ਰ ਆ ਰਹੀ ਹੈ ਟਰਾਲੀਆਂ ਰਾਹੀਂ ਲਿਫਟਿੰਗ ਦੀ। ਸਰ ਐਸਾ ਹੈ, ਇਹਨਾਂ ਨੇ ਅੱਗੇ ਵੀ ਇਹ ਪੁਆਇੰਟ ਲਿਆ ਸੀ ਲਾਸਟ ਟਾਈਮ। ਮੈਂ ਆਪਣੀ ਇਨਕੁਆਇਰੀ ਕੀਤੀ ਹੈ, ਔਰ ਮੇਰੇ ਮੁਤਾਬਕ ਕੰਟਰੋਲ ਰੂਮ ਬਣੇ ਡਿਪਟੀ ਕਮਿਸ਼ਨਰ ਆਫਿਸ ਵਿੱਚ। ਸਰਕਾਰ ਹਰ ਜਗ੍ਹਾ ਤੇ ਮੰਡੀਆਂ 'ਚੋਂ ਪੂਰਾ ਮਾਲ ਚੱਕ ਰਹੀ ਹੈ, ਕਿਸਾਨ ਦੇ ਥਰੂ, ਟਰਾਲੀਆਂ ਥਰੂ, ਟੱਕਾਂ ਥਰੂ। ਇਹ ਕਹਿੰਦੇ ਟੱਕਾਂ ਥਰੂ ਵੀ ਮਾਲ ਜਾ ਰਿਹਾ ਜੇ, ਲੇਕਿਨ ਕਈ ਹਲੇ ਟੈਂਡਰ ਦਿੱਤੇ, ਕਈ ਯੂਨੀਅਨ ਵਾਲੇ ਜ਼ਿਆਦਾ ਪੈਸੇ ਮੰਗਦੇ। ਸੋ ਉਹ ਯੂਨੀਅਨ ਦਾ ਆਪਣਾ ਸਟਾਈਲ ਹੈ, ਪਰ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ ਅੱਜ ਦੀ ਡੇਟ ਤਾਂ ਹਰ ਮੰਡੀ ਤੋਂ ਪੂਰਾ ਮਾਲ ਚੱਕ ਰਹੇ। ਮੈਂ ਅੱਜ ਦੀ ਰਿਪੋਰਟ ਦੇ ਰਿਹਾ। 3 ਮੰਡੀਆਂ ਤੁਹਾਨੂੰ ਦੱਸ ਦੇਣਾ, 3 ਮੰਡੀਆਂ 'ਚ ਹੁਣੇ ਫੋਨ ਕਰਕੇ ਪੁੱਛ ਲਓ ਵੀ ਉੱਥੇ ਅੰਬਾਰ ਲੱਗੇ ਨੇ ਕਿ ਨਹੀਂ ਲੱਗੇ। ਸਭ ਤੋਂ ਪਹਿਲੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਖੰਨਾ ਮੰਡੀ, ਉੱਥੇ ਪਤਾ ਕਰ ਲਓ ਅੰਬਾਰ ਲੱਗੇ ਹੋਏ ਨੇ ਸੜਕਾਂ ਤੇ। ਕਿਸਾਨ ਭਾਈਚਾਰਾ, ਇਹ ਸ਼ਾਰਟਸ ਤੁਸੀਂ ਵੇਖ ਲਓ ਜਿੱਥੇ ਚੱਲ ਰਹੇ ਨੇ ਕਿ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਇਹ ਪਰਸੋਂ ਦੇ ਸ਼ਾਰਟਸ ਨੇ। ਪਰਸੋਂ ਤੋਂ ਲਿਫਟਿੰਗ ਨਹੀਂ ਹੋ ਰਹੀ ਹੈ, ਅੰਬਾਰ ਲੱਗੇ ਹੋਏ ਨੇ ਕਣਕ ਤੇ। ਬਰਸਾਤ ਦਾ ਪੂਰਾ ਡਰ ਬਣਿਆ ਹੋਇਆ ਕਿ ਜੇ ਉਹਨਾਂ ਦੀ ਕਣਕ ਭਿੱਜ ਜਾਂਦੀ ਹੈ, ਜ਼ਿੰਮੇਵਾਰੀ ਤੁਹਾਡੀ ਹੈਗੀ ਹੈ ਪਹਿਲੀ ਵਾਰ। ਦੂਜੀ ਅਮਲੋ, ਔਰ ਤੀਜੀ ਇਸ ਤੋਂ ਬਾਅਦ ਹੈਗੀ ਹੈ ਫਤਿਹਗੜ੍ਹ ਸਾਹਿਬ। ਇਹ ਸਾਰੀਆਂ ਤੁਸੀਂ ਚੈੱਕ ਕਰ ਲਿਓ। ਇਹ ਮੈਂ ਟੀਵੀ ਤੇ ਬੋਲ ਰਿਹਾ, ਸਾਡੇ ਕੋਲ ਸਬੂਤ ਨੇ ਤਾਂ ਕਰ ਕਹਿ ਰਹੇ ਆਪਾਂ ਉਹ ਗੱਲ ਕਰੀਏ ਜਿਹੜੀ ਸੱਚਾਈ ਹੈ। ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ, ਲੱਗੀ ਪਈ ਹੈ, ਰਾਤ ਦਿਨ ਅਫਸਰਾਂ ਦੀ ਡਿਊਟੀ ਲੱਗੀ ਦੀ ਹੈ। ਜਿਹੜੇ ਕਿਸਾਨ ਕਹਿੰਦੇ ਨੇ ਇਹ ਸ਼ਰਮਾ ਸਾਹਿਬ ਅਫਸਰ ਹੁਣ ਆਪਣੇ ਸਿਰ ਤੇ ਥੋੜੀ ਰੱਖ ਕੇ ਲਿਫਟਿੰਗ ਕਰਾਂਗੇ। ਹੁਣ ਸ਼ਰਮਾ ਸਾਹਿਬ ਸਿਰ ਤੇ ਥੋੜੀ ਲਿਫਟਿੰਗ ਕਰਾਉਂਗੇ, ਕੋਈ ਨਾ ਕੋਈ ਜ਼ਰੀਆ ਤਾਂ ਲੱਗੂਗਾ। ਟਰਾਲੀਆਂ ਦੇ ਮਾਲ ਲੈ ਜਾ ਰਹੇ ਹੈ। ਹਰਪ੍ਰੀਤ ਜੀ ਕੋਈ ਬਹੁਤ ਹੀ ਦੂਰ ਜਾਣ ਦੀ ਲੋੜ ਨਹੀਂ। ਤੁਸੀਂ ਇਸੀ ਵਕਤ ਖਰੜ ਚੱਲੋ ਮੇਰੇ ਨਾਲ। ਉੱਥੇ 49 ਲੱਖ ਟਨ ਕਣਕ ਉਹਨਾਂ ਨੇ ਖਰੀਦੀ ਹੈ। 44 ਦੀ ਜਿੰਨੀ ਆਈ ਹੈ 49 ਆਈ ਹੈ ਤੇ 44 ਉਹਨਾਂ ਨੇ ਖਰੀਦ ਹੋਈ ਹੈ, ਉਹਦੇ ਵਿੱਚੋਂ 33 ਉੱਥੇ ਪਈ ਹੈ। ਤੇ ਆੜਤੀਆਂ ਨੂੰ, ਕਿਸਾਨ ਆੜਤੀਆਂ ਨੂੰ ਵੀ ਖੜੇ ਹੋ ਕੇ ਰੋਸ ਮੁਜ਼ਾਹਰਾ ਕਰਨਾ ਪਿਆ ਅੱਜ ਕਿ ਸਾਨੂੰ ਨਾ ਲਿਫਟਿੰਗ ਹੋ ਰਹੀ ਹੈ, ਨਾ ਟਾਈਮ ਸਿਰ ਪੈਸਾ ਮਿਲਦਾ। ਜਦ ਕਿ ਮੁਹਾਲੀ ਦੇ ਵਿੱਚ DC ਗੁਰਪ੍ਰੀਤ ਸਪਰਾ ਜੀ ਬੜੀ ਇੰਟਰਸਟ ਲੈਂਦੇ ਆ, ਜਿੱਥੇ ਵੀ ਕੋਈ ਕਿਸਾਨਾਂ ਦਾ
ਕੋਈ ਮੇਲਾ ਲੱਗੇ, ਕਿਸਾਨਾਂ ਦੀ ਕੋਈ ਪ੍ਰੋਬਲਮ ਹੋਵੇ, ਆਪ ਜਾਂਦੇ ਆ ਉਹ। ਉਹ ਕੈਪਟਨ ਲੇਕਿਨ ਸਾਹਿਬ ਨੂੰ ਐਡੇ ਪਤਾ ਕੈਪੇਬਲ ਲੱਗਿਆ। ਹਾਂਜੀ, ਆਫੀਸਰ ਦੇ ਬਾਵਜੂਦ CM ਸਾਹਿਬ ਖੁਦ ਭੰਡਾਰ ਲੱਗੇ ਪਏ ਨੇ। ਕਿਸਾਨਾਂ ਕੀ ਗੱਲਾਂ ਦਾ ਕਰਦੇ ਭਲਾ ਸਭ ਚਾਹੁੰਦੇ ਆ। ਤੁਹਾਡਾ ਜਿਹੜਾ ਸਾਡੀ ਸਰਕਾਰ ਨੇ ਬੜੀ ਮਿਹਨਤ ਕੀਤੀ ਆ, ਉਹਨੇ ਵੀ ਕਿਸਾਨਾਂ ਜੇ ਦੇ ਭਲੇ ਵਾਸਤੇ ਤੁਸੀਂ ਕੀਤਾ। ਮਈ 'ਚ ਜਾ ਕੇ ਟੈਂਡਰ ਪਾਸ ਕਰੋ ਤਾਂ ਸਾਨੂੰ ਕੀ ਫਾਇਦਾ? ਤੁਹਾਡੇ ਟੈਂਡਰ ਮਾਰਚ 'ਚ ਪਾਸ ਹੋਣੇ ਚਾਹੀਦੇ ਸੀ। ਤੁਸੀਂ ਹੁਣ ਮਈ ਤੇ ਬਾਅਦ ਰੇਟ ਕਰ ਲਓ, ਸਾਨੂੰ ਕੀ ਫਾਇਦਾ? ਸਾਡੀ ਤਾਂ ਫਸਲ ਗਈ। ਮਈ ਜੂਨ ਅਪ੍ਰੈਲ ਮਈ ਚ ਇਦਾਂ ਹੀ ਹੁੰਦਾ। ਇੱਕ ਮੱਦ ਰਹਿ ਗਈ ਸੀ ਪਿਛਲੇ ਚ ਕਿ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਿਰ ਦੇ ਵੀ ਜਿਹੜੀ ਹੈਗੀ ਹੈ ਬਿੱਲ ਉਹ ਵਧਾਏ। 12 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ, ਮਤਲਬ ਸਾਰੇ ਧਾਰਮਿਕ ਸਥਾਨਾਂ ਦੇ, ਪਰ ਖਾਸ ਤੌਰ ਤੇ ਜ਼ਿਕਰ ਅਖਬਾਰਾਂ ਨੇ ਕੀਤਾ ਉਹ ਵੀ ਵਧੇ ਆ। ਦੂਜੀ ਮੈਂ ਬੇਨਤੀ ਕਰਦੇ ਆ ਸ਼ਰਮਾ ਜੀ, ਸਰਕਾਰ ਜੇ ਸੰਜੀਦਾ ਹੁੰਦੀ ਨਾ ਤੇ ਸਾਰੇ ਪੰਜਾਬ ਦੇ ਕਾਂਗਰਸੀ ਅੱਜ ਦਿੱਲੀ ਨਾ ਬੈਠੇ ਹੁੰਦੇ। ਜੇ ਸਰਕਾਰ ਤੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਪੰਜਾਬ ਤੇ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਹੁੰਦੀ ਤਾਂ ਸਾਰੀ ਕਾਂਗਰਸ ਨੂੰ ਦਿੱਲੀ ਬਿਠਾਉਣ ਦੀ ਬਜਾਏ ਝਾੜ ਕੇ ਮੋੜ ਦੇ ਕੇ ਮੰਡੀਆਂ ਦੇ ਵਿੱਚ ਸਾਰੀ ਸਰਕਾਰ ਨੇ- ਇੱਕ ਮਿੰਟ ਸ਼ਰਮਾ ਜੀ, ਵਿੱਚ ਨਾ ਬੋਲਿਆ ਕਰੋ, ਤੁਸੀਂ ਮੇਰੇ ਤੋਂ ਵੱਡੇ ਹੋ, ਸੀਨੀਅਰ ਹੋ, ਕਿਰਪਾ ਕਰਕੇ ਵਿੱਚ ਨਾ ਬੋਲਿਆ ਕਰੋ। ਠੀਕ ਹੈ। ਅੱਜ ਪਰ ਸਾਰੀ ਤੁਸੀਂ ਦੀ ਸਾਰੀ ਫਜ਼ੂਲ ਵੀ ਨਾ ਬੋਲੋ ਕਾਂਗਰਸ ਨਾ। ਪਾਰਟੀ ਤੇ ਸਾਰੀ ਦੀ ਸਾਰੀ ਕਾਂਗਰਸ ਦੀ ਸਰਕਾਰ ਦਿੱਲੀ ਦੇ ਵਿੱਚ ਬੈਠੀ ਹੈ ਕਿ ਅਸੀਂ 9 ਮੰਤਰੀ ਫਾਈਨਲ ਕਰਾਉਣੇ ਆ। ਤੁਸੀਂ ਅੰਦਾਜ਼ਾ ਲਾਓ ਕਿ ਤੁਸੀਂ ਟਰੱਕ ਯੂਨੀਅਨਾਂ ਨਾਲ ਸਾਰੇ ਦੇ ਸਾਰੇ ਟਰੱਕਾਂ ਵਾਲੇ ਵਿਚਾਰੇ ਮਾਰਤੇ। ਉਹ ਕਿਸਾਨੀ ਕਰਦੇ ਆ ਤੇ ਨਾਲ ਇੱਕ ਦੋ ਟਰੱਕ ਚਲਾਉਂਦੇ ਤੇ ਆਹੀ ਸੀਜ਼ਨ ਕਮਾਉਂਦੇ ਹੁੰਦੇ ਸੀ। ਤੁਸੀਂ ਉਹਨਾਂ ਦੇ ਗਲ 'ਚ ਗੂਠਾ ਵੀ ਦੇਤਾ। ਅੱਜ ਹਾਲਾਤ ਇਹ ਨੇ, ਕੱਲ 3-4 ਥਾਵਾਂ ਦੀਆਂ ਅਖਬਾਰ ਦੇ ਵਿੱਚ ਖਬਰਾਂ ਲੱਗੀਆਂ, ਮੇਰੇ ਕੋਲ ਹੈਗੀਆਂ ਹਰਪ੍ਰੀਤ ਜੀ, ਮੈਂ ਤੁਹਾਨੂੰ ਭੇਜ ਦੇਣਾ WhatsApp ਤੇ। ਕਿਸਾਨ ਵਾਟਰ ਵਰਕਸ ਵਾਲੀਆਂ ਟੈਂਕੀਆਂ ਤੇ ਚੜ ਗਏ ਵੀ ਸਾਡੀ ਕਿਤੋਂ ਤਾਂ ਕੋਈ ਸੁਣ ਲਓ ਬੋਲੀ ਨਹੀਂ ਲੱਗ ਰਹੀ ਤੇ ਨਾ ਚੱਕਿਆ ਜਾ ਰਿਹਾ। ਤਹਿਸੀਲਦਾਰ ਗਿਆ 2 ਥਾਂ ਤੇ, ਤਹਿਸੀਲਦਾਰ ਨੂੰ ਘੇਰਾ ਪਾ ਕੇ ਘੰਟਾ ਬੰਨ ਕੇ ਰੱਖਿਆ ਵੀ ਤੇਰੀ ਸਰਕਾਰ ਤੇਰੀ ਸੁਣ ਲੈ, ਸਾਡੀ ਨਹੀਂ ਸੁਣਦੀ। ਤਾਂ ਇਸ ਕਰਕੇ ਹਾਲਾਤ ਪੰਜਾਬ ਦੇ ਵਿੱਚ ਵੱਧ ਤੋਂ ਬੱਤਰ ਹੈ। ਉਧਰੋਂ ਪਰਮਾਤਮਾ ਦੀ ਕਰੋਪੀ ਹੈ ਕਿ ਅੱਜ ਇਸ ਟਾਈਮ ਤੇ ਬਾਰਿਸ਼ਾਂ ਸ਼ੁਰੂ ਹੋ ਗਈਆਂ। ਇਸ ਕਰਕੇ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਔਰ ਟਰੱਕਾਂ ਵਾਲਿਆਂ ਦਾ ਵੀ ਸਹਾਰਾ ਲੈਣਾ ਚਾਹੀਦਾ, ਟਰਾਲੀਆਂ ਵਾਲਿਆਂ ਦਾ ਵੀ ਲੈਣਾ ਚਾਹੀਦਾ ਤੇ ਤੁਰੰਤ ਇਹਦੇ ਵਿੱਚ ਕਿਸਾਨਾਂ ਨੂੰ ਇਸ ਮੁਸ਼ਕਲ ਦੇ ਵਿੱਚ ਸਿਰਫ ਇੱਕ ਮਿੰਟ ਹਰ ਜੀ। ਸ਼ਰਮਾ ਜੀ, ਇੱਕ ਟਰੱਕ ਪਾਉਣ ਤੇ 22 ਲੱਖ ਰੁਪਈਆ ਲੱਗਦਾ। 22 ਲੱਖ। ਔਰ ਤੁਸੀਂ ਫਿਰ ਕਹਿ ਦਿੰਦੇ ਹੈਗੇ ਜੀ ਇਹ ਤਾਂ ਸੀਜ਼ਨਲ ਦਿੰਦੇ ਆ। ਕਿਹੜਾ ਬੰਦਾ ਜਿਹੜਾ 22 ਲੱਖ ਲਾ ਕੇ ਘਰਾਂ ਖੜਾਊਗਾ? ਇੱਕ ਟਰੈਕਟਰ ਟਰਾਲੀ ਤਿਆਰ ਕਰਨ ਤੇ 10 ਲੱਖ ਦੇ ਕਰੀਬ ਰੁਪਈਆ ਲੱਗਦਾ ਤੇ ਤੁਸੀਂ 600 ਰੁਪਈਆ ਚੱਕਰ ਦੇ ਰਹੇ ਆ, ਜਿਹਦੇ ਵਿੱਚ 250 ਥੈਲਾ ਜਾਂਦਾ ਹੈਗਾ ਤੇ 600 ਰੁਪਈਆ ਦੇ ਰਹੇ ਆ, 1000 ਰੁਪਈਆ ਵੀ ਨਹੀਂ ਦੇ ਰਹੇ। ਖਰਚਾ ਪੂਰਾ ਨਹੀਂ ਹੁੰਦਾ। ਜਿਹੜੇ ਚੌਚ ਉੱਥੇ ਚਲੇ ਵੀ ਗਏ ਨਾ, ਜਦੋਂ ਅਗਲਿਆਂ ਨੇ ਹਿਸਾਬ ਲਾਇਆ ਵੀ ਸਾਨੂੰ ਤਾਂ ਡਰਾਈਵਰ ਦੀ ਦਿਹਾੜੀ ਵੀ ਮਸੋਂ ਵੱਧਦੀ, ਟਾਇਰ ਘਸਾਈ ਵੀ ਨਹੀਂ ਵੱਧਦੀ, ਉਹ ਕੋਈ ਵੀ ਨਹੀਂ ਜਾ ਰਿਹਾ। ਤੁਸੀਂ ਜਿਹੜੀ ਆਪਣੀ ਨਲਾਇਕੀ ਉਹਨੂੰ ਗੱਲਾਂ ਨਾਲ ਨਾ ਕਰੋ। ਇਹ ਹੁਣ ਅਪ੍ਰੈਲ ਦਾ ਮਹੀਨਾ, ਜੇ ਤੁਸੀਂ ਕਹੋ ਵੀ ਮਈ 'ਚ ਜਾ ਕੇ ਟੈਂਡਰ ਪਾਸ ਕਰਤੇ ਅਸੀਂ, ਉਹ ਸਾਡੇ ਨਾਲ ਨਹੀਂ ਹੁੰਦੀ। ਇੰਨੀ ਬੇਇਨਸਾਫੀ, ਇੰਨਾ ਧੱਕਾ ਨਾ ਕਰੋ। ਹੁਣ ਸਰਕਾਰ ਦੀ ਵੀ ਮਜਬੂਰੀ ਹੈ ਕਿ ਹੁਣ ਜਿੰਨਾ ਪੈਸਾ ਪਿੱਛੋਂ ਆਣਾ ਉਨਾ ਹੀ ਇਹਨਾਂ ਨੇ ਅੱਗੋਂ ਦੇਣਾ। ਟਰੱਕਾਂ ਵਾਲਿਆਂ ਨਾਲ ਇਹਨਾਂ ਦੀ ਗੱਲ ਨਹੀਂ ਬਣੀ, ਇਹਨਾਂ ਨੇ ਟਰਾਲੀਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ, ਜੋ ਕਿ ਫਾਰਮੂਲਾ ਫੇਲ ਹੁੰਦਾ ਨਜ਼ਰ ਆ ਰਿਹਾ। ਹੁਣ ਸਰਕਾਰ ਕੀ ਕਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਟਰੱਕ ਯੂਨੀਅਨ ਨੇ, ਜਦੋਂ ਸਰਕਾਰ ਨੇ ਸ਼ੁਰੂ 'ਚ ਆਂਦੇ ਸਾਰੇ ਟਰੱਕ ਯੂਨੀਅਨ ਨੇ ਭੰਗ ਕੀਤੀਆਂ। ਟਰੱਕ ਯੂਨੀਅਨ ਭੰਗ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਪਹਿਲੇ ਵਿਚਾਰਿਆਂ ਨੂੰ ਆਪਣੇ ਘਰਾਂ ਬਿਠਾਤਾ, ਜਿਵੇਂ ਆਪਣਾ ਨਛੱਤਰ ਵੈਦਵਾਨ ਸਾਹਿਬ ਨੇ ਵੀ ਕਿਹਾ। ਉਸ ਤੋਂ ਬਾਅਦ ਜਿਹੜੀ ਟਰੱਕ ਯੂਨੀਅਨਸ ਨਾਲ ਜਿਹੜੇ ਹੋਰ ਜਿਹੜੇ ਰਹਿ ਗਏ, ਜਿਹੜੇ ਟਰੱਕ ਤੇ ਜਿਹੜੇ ਉਹ ਆਪਣਾ ਹੈਗੇ ਨੇ ਡੀਲਰਸ ਨੇ, ਉਹਨਾਂ ਨਾਲ ਸਰਕਾਰ ਨੂੰ ਪਹਿਲਾਂ ਹੀ ਤੈਅ ਕਰ ਲੈਣਾ ਚਾਹੀਦਾ ਸੀਗਾ। ਰੇਟ ਜੋ ਪਹਿਲਾਂ ਹੀ ਫਾਈਨਲਾਈਜ਼ ਕਰ ਲੈਣਾ ਚਾਹੀਦਾ। ਹੁਣ ਜਿਵੇਂ ਬਰਾੜ ਸਾਹਿਬ ਨੇ ਵੀ ਕਿਹਾ, ਦੇਖੋ ਮੌਸਮ ਦੇਖੋ, ਅੱਜ ਹੀ ਦੇਖੋ ਬਾਹਰ ਦਾ ਮੌਸਮ ਕੀ ਬਣਿਆ ਹੋਇਆ। ਮੰਡੀ 'ਚ ਹਜ਼ਾਰਾਂ ਹੀ ਟਨ ਕਣਕ ਪਈ ਹੈ। ਜਿਹਨਾਂ ਦੀ ਕਣਕ ਖੜੀ ਹੈ ਉਹ ਤਾਂ ਵਿਚਾਰੇ ਮਜਬੂਰ ਹੈ ਹੀ ਹੈ ਮੀਂਹ ਦੇ ਡਰਦੇ ਮਾਰੇ। ਜਿਹਨਾਂ ਦੀ ਮੰਡੀ 'ਚ ਪਈ ਹੈ ਉਹ ਲੈਦੇ ਮਜਬੂਰ ਨੇ। ਉਸ ਤੋਂ ਬਾਅਦ ਸਰਕਾਰ ਕੱਲ੍ਹ ਨੂੰ ਕਣਕ ਨਰਮ ਹੋ ਜਾਂਦੀ, ਫਿਰ ਕਹੂਗਾ ਅਸੀਂ ਤਾਂ ਇਹ ਇਸ ਰੇਟ ਤੇ ਚੱਕਣੀ ਨਹੀਂ ਹੈਗੀ, ਇਹ ਨਰਮ ਹੋ ਗਈ ਜੀ। ਤੇ ਉਹ ਵਿਚਾਰੇ ਇਸ 'ਚ ਮਰਦਾ ਕੌਣ ਹੈ? ਜ਼ਿਮੀਦਾਰ ਮਰਦਾ ਹੈ। ਸਰਕਾਰ ਦੀ ਨਲਾਇਕੀ ਕਰਕੇ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਜਿਵੇਂ ਬਰਾੜ ਸਾਹਿਬ ਨੇ ਵੀ ਕਿਹਾ ਤੇ ਸ਼ਰਮਾ ਜੀ ਕਹਿ ਰਹੇ ਕਿ ਸੀਐਮ ਸਾਹਿਬ ਬੜੇ ਇੰਟਰਸਟਿਡ ਨੇ ਇਹ ਕੰਮ ਇਸ ਚੀਜ਼ 'ਚ ਲੈ ਰਹੇ ਆ ਜੀ। ਸੀਐਮ ਸਾਹਿਬ ਇੰਟਰਸਟ ਕਿੱਥੇ ਲੈ ਰਹੇ ਆ ਸ਼ਰਮਾ ਜੀ? ਸੀਐਮ ਸਾਹਿਬ ਤਾਂ ਆਪਣੀ ਕੈਬਨਿਟ ਬਣਾਉਣ ਵਾਸਤੇ 3 ਦਿਨ ਦਿੱਲੀ ਬੈਠੇ। ਕੀ ਹੋ ਗਿਆ ਸਰ? ਮੈਂ ਕੰਪਲੀਟ ਕਰ ਲਾਂ। 2 ਦਿਨਾਂ 'ਚ ਹੀ 3 ਦਿਨ ਤੋਂ ਸਰ ਮੈਂ ਕੰਪਲੀਟ ਕਰ ਲਾਂ। ਸਰ ਮੈਂ ਕੰਪਲੀਟ ਕਰ ਲਾਂ। ਸੀਐਮ ਸਾਹਿਬ 3 ਦਿਨ ਤੋਂ ਦਿੱਲੀ ਬੈਠੇ ਨੇ, ਫਿਰ ਇਹ ਚੀਜ਼ ਦੇਖਣ ਵਾਸਤੇ, ਮਤਲਬ ਇਹ ਆਪਣੀ ਕੈਬਨਿਟ ਨੂੰ ਰੀਸ਼ਫਲ ਕਰਨ ਵਾਸਤੇ ਆ, ਵਿਸਤਾਰ ਕਰਨ ਵਾਸਤੇ ਬੈਠੇ ਨੇ। ਉਹਨਾਂ ਨੂੰ ਜੇ ਕਿਸਾਨਾਂ 'ਚ ਇੰਟਰਸਟ ਹੁੰਦਾ, ਕੈਬਨਿਟ 1 ਮਹੀਨੇ ਬਾਅਦ ਵੀ ਬਣ ਸਕਦੀ ਸੀਗੀ। ਪਹਿਲਾਂ ਉਹ ਦੇਖਦੇ ਸਾਡੇ ਕਿਸਾਨਾਂ ਦੇ ਹਾਲਾਤ ਕੀ ਬਣੇ ਹੋਏ ਨੇ। ਜੇ ਅੱਜ 2 ਦਿਨ ਲਗਾਤਾਰ ਮੀਂਹ ਪੈ ਗਿਆ, ਕੀ ਹਾਲ ਹੋਊਗਾ ਮੰਡੀਆਂ ਦਾ? ਤੁਸੀਂ ਲਿਫਟ ਕਰ ਲਓਗੇ ਕਣਕ? ਇਦਾਂ ਕੱਲ ਹੋਮ ਮਿਨਿਸਟਰ ਮਿਲੇਗੀ, ਸੀਐਮ ਸਾਹਿਬ ਅੱਜ ਮਿਲੇ ਰਾਹੁਲ ਸ਼ਰਮਾ ਜੀ। ਇਹਦੇ ਵਿੱਚ 2-3 ਡਾਈਮੈਂਸ਼ਨ ਹੈ। ਪਹਿਲੀ ਚੀਜ਼ ਇਹ ਹੈਗੀ ਹੈ, ਜਿਸ ਵੇਲੇ ਤੁਸੀਂ ਟਰੱਕ ਯੂਨੀਅਨ ਨਾਲ ਭੰਗ ਕੀਤੀਆਂ, ਉਹਦਾ ਆਲਟਰਨੇਟਿਵ ਨਹੀਂ ਲੱਭਿਆ ਗਿਆ ਵੀ ਕਿਸ ਤਰੀਕੇ ਦੇ ਨਾਲ ਬੈਲੈਂਸ ਕ੍ਰੀਏਟ ਕਰਾਂਗੇ। ਕੱਲ ਨੂੰ ਉਹਨਾਂ ਦੀ ਲੋੜ ਤਾਂ ਪੈਣੀ ਹੀ ਪੈਣੀ ਹੈ ਔਰ ਹਰ ਸਾਲ ਪੈਣੀ ਹੈ। ਦੂਸਰੀ ਚੀਜ਼ ਇਹ ਹੈਗੀ ਹੈ, ਤੁਸੀਂ ਜਦ ਫਾਈਨਲਾਈਜ਼ ਕਰਦੇ ਹੋ ਟੈਂਡਰ ਤਾਂ ਉਹ ਟਾਈਮ ਤੇ ਹੋਣੇ ਚਾਹੀਦੇ ਆ। ਜਿੰਨਾ ਡਿਲੇ ਹੋਏਗਾ ਉਨਾ ਕ੍ਰਾਈਸਿਸ ਹੋਏਗਾ। ਤੀਸਰੀ, ਜਿਸ ਵੇਲੇ ਪ੍ਰੋਕਿਉਰਮੈਂਟ ਪਾਲਿਸੀ ਇਹਨਾਂ ਨੇ ਡਿਸਾਈਡ ਕੀਤੀ ਹੈ, ਉਸ ਵੇਲੇ ਇਹਨਾਂ ਨੇ ਕਿਹਾ ਸ਼ਰਮਾ ਜੀ ਕਿ ਹਰ ਡਿਸਟ੍ਰਿਕਟ ਲੈਵਲ ਤੇ, ਪਰ ਕਿਉਂਕਿ ਤਕਰੀਬਨ 1835 ਮੰਡੀਆਂ ਨੋਟੀਫਾਈ ਹੋਈਆਂ ਜੀ,
ਤੇ ਉਹਨਾਂ ਦੇ ਕਲਸਟਰ ਬਣਾਤੇ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹਰ ਕਲਸਟਰ ਨੂੰ ਜਿਹੜਾ ਹੈਗਾ ਜਿਸ ਡਿਸਟ੍ਰਿਕਟ 'ਚ ਆਉਣਗੇ ਉਹ ਡੀਸੀ ਦੇਖੇਗਾ। ਉਹਨਾਂ ਦੀ ਇੱਕ ਕਮੇਟੀ ਬਣਾਤੀ, ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਪ੍ਰੋਕਿਉਰਮੈਂਟ ਏਜੰਸੀ ਉਹ ਹੈਗੀ ਹੈ, ਫਾਰਮਰ, ਆੜਤੀਏ, ਸਾਰਿਆਂ ਦੇ ਰਿਪਰੈਜ਼ੈਂਟੇਟਿਵ ਹੈ। ਇਹਦਾ ਮਤਲਬ ਹੈ ਉਹ ਜਿਹੜਾ ਮੈਕੈਨਿਜ਼ਮ ਹੈ, ਜਿਹੜਾ ਗ੍ਰੀਵੈਂਸ ਰਿਡਰੈਸਲ ਮੈਕੈਨਿਜ਼ਮ ਇਹਨਾਂ ਨੇ ਕ੍ਰੀਏਟ ਕੀਤਾ ਸਾਰੇ ਡਿਸਟ੍ਰਿਕਟਾਂ 'ਚ, ਉਹ ਫੇਲ ਹੋ ਗਿਆ। ਜਾਂ ਤਾਂ ਉਹਨੂੰ ਜਿਹੜਾ ਹੈਗਾ ਸੁਚਾਰੂ ਰੂਪ ਦੇ ਵਿੱਚ ਚਲਾਇਆ ਜਾਵੇ, ਅਗਰ ਉਹ ਨਹੀਂ ਚੱਲਦਾ ਤਾਂ ਅਗਰ ਕ੍ਰਾਈਸਿਸ ਇਹ ਖੜਾ ਹੋ ਜਾਂਦਾ, ਜਿਵੇਂ ਕਿ ਇਹਨਾਂ ਨੇ ਕਿਹਾ 72 ਘੰਟਿਆਂ ਦੇ ਵਿੱਚ ਹਰ ਹਾਲਤ ਦੇ ਵਿੱਚ ਅਸੀਂ ਚੱਕ ਲਾਂਗੇ, ਇਹ ਮਤਲਬ ਹੋਣਾ ਚਾਹੀਦਾ ਕਿ 72 ਘੰਟਿਆਂ ਦੇ ਵਿੱਚ ਪ੍ਰੋਕਿਉਰਮੈਂਟ ਜਿੰਨਾ ਉਹ ਚੱਕਿਆ ਜਾਊਗਾ। ਲੇਕਿਨ ਅਗਰ ਨਹੀਂ ਚੱਕਿਆ ਜਾ ਰਿਹਾ ਔਰ ਜਿਸ ਤਰੀਕੇ ਦੇ ਉੱਪਰ ਹਾਲਾਤ ਬਣੇ ਹੋਏ ਆ ਤਾਂ ਹਾਲਾਤ ਤਾਂ ਹੋਰ ਜ਼ਿਆਦਾ ਖਰਾਬ ਹੋਣਗੇ। ਕਿਸਾਨ ਜਿਹੜਾ ਹੈਗਾ ਉਹਦੇ ਕੋਲ ਤਾਂ ਸਾਲ ਭਰ ਬਾਅਦ, ਦੇਖੋ ਕਿਸਾਨ ਆਲਰੇਡੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚ ਹੈ। ਕ੍ਰਾਈਸਿਸ ਜਿਸ ਕਰਕੇ ਹੈ ਕਿਉਂਕਿ ਉਹਨੂੰ ਆਪਣੀ MSP ਪ੍ਰੋਪਰ ਨਹੀਂ ਮਿਲ ਰਹੀ ਹੈ, ਜਿਹੜੀ ਕਿ ਉਹਨੇ ਇਨਵੈਸਟਮੈਂਟ ਕੀਤੀ ਹੋਈ ਹੈ। ਉਹਦੇ ਵਿੱਚ ਵੀ ਅਗਰ ਉਹਦਾ ਅਨਾਜ ਜਿਹੜਾ ਕਿ ਉਹਦੇ ਸਾਲ ਭਰ ਦੇ ਵਿੱਚ ਉਹਨੇ ਸਾਰਾ ਪਲਾਨ ਕੀਤਾ ਹੋਇਆ, ਇਹਦੇ ਵਿੱਚ ਬੱਚੇ ਦਾ ਵਿਆਹ ਵੀ ਕਰਨਾ, ਇਹਦੇ ਵਿੱਚ ਮਕਾਨ ਵੀ ਬਣਾਉਣਾ, ਇਹਦੇ ਵਿੱਚ ਆਹ ਵੀ ਕੰਮ ਕਰਨਾ, ਅਗਰ ਉਹ ਸਾਰਾ ਫੇਲ ਹੁੰਦਾ ਦਿਖੇਗਾ ਤਾਂ ਨੈਚੁਰਲੀ ਉਹ ਟੈਂਕੀਆਂ ਦੇ ਵੀ ਚੜੇਗਾ, ਉਹ ਹਰ ਤਰ੍ਹਾਂ ਦਾ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਵੀ ਕਰੇਗਾ। ਬਿਲਕੁਲ। ਫਿਰ ਆਪਾਂ ਦੂਜੇ ਪਾਸੇ ਇਹ ਵੀ ਕਹਿੰਦੇ ਆ ਕਿ ਆਤਮ ਹੱਤਿਆਵਾਂ ਰੁਕਣੀਆਂ ਚਾਹੀਦੀਆਂ। ਜੇ ਹਾਲਾਤ ਬਣਨਗੇ ਤਾਂ ਆਤਮ ਹੱਤਿਆ ਕਿਵੇਂ ਰੁਕੇਗੀ? ਠੀਕ ਹੈ, ਮੈਂ ਆਨਾ ਵਾਲੀਆ ਸਾਹਿਬ ਨਾਲ ਵੀ ਐਡ ਕਰ ਦਈਏ। ਹਾਲਾਂਕਿ ਜਿਹੜਾ ਮੁੱਦਾ ਕਮਰਸ਼ੀਅਲ ਵਾਹਨ ਦਾ ਬਣਿਆ ਹੋਇਆ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਟਰੈਕਟਰ ਟਰਾਲੀ ਕਮਰਸ਼ੀਅਲ ਵਾਹਨ ਨਹੀਂ ਹੈ ਔਰ ਕੰਮ ਅਸੀਂ ਕਮਰਸ਼ੀਅਲ ਵਾਹਨ ਰਹਿ ਰਹੇ ਹਾਂ, ਉਹ ਵੀ ਸਰਕਾਰ ਦੇ ਜ਼ਰੀਏ। ਫਿਰ ਤੁਸੀਂ ਕੱਲ ਨੂੰ ਇਹ ਕਿਵੇਂ ਕੇਂਦਰ ਸਰਕਾਰ ਦੇ ਅੱਗੇ ਆਪਣਾ ਮੁੱਦਾ ਰੱਖੋਗੇ ਕਿ ਟਰੈਕਟਰ ਕਮਰਸ਼ੀਅਲ ਵਾਹਨ ਨਹੀਂ ਹੈ, ਅਸੀਂ ਟੈਕਸ ਨਹੀਂ ਭਰਨਾ ਜਾਂ ਅਸੀਂ ਟੈਕਸ ਨਹੀਂ ਭਰਨ ਦੇਣਾ? ਹਰਪ੍ਰੀਤ ਜੀ, ਸੜਕ ਤੇ ਚੜਦਾ ਤਾਂ ਉੱਥੋਂ ਦਾ ਸਿਪਾਹੀ ਜਾਂ ਹੌਲਦਾਰ ਜਿਹੜਾ ਟ੍ਰੈਫਿਕ ਵਾਲਾ ਉਹਦਾ ਚਲਾਨ ਕਰਦਾ ਤੇ ਇੱਕ ਪਾਸੇ ਸਰਕਾਰ ਕਹਿੰਦੀ ਇਹਦੀ ਢੋਹ ਢੁਆਈ ਕਰੋ। 90,000 ਟਰੱਕ ਸੀਗੇ, ਟਰੱਕ ਯੂਨੀਅਨਾਂ ਨਾਲ ਬੈਠ ਕੇ ਸਰਕਾਰ ਰੇਟ ਤੈਅ ਕਰਦੀ ਹੈ, ਤੇ ਜੇ ਕਿਤੇ ਕੋਈ ਨੁਕਸ ਸੀਗੀਆਂ ਕੁਝ ਟਰੱਕ ਯੂਨੀਅਨਾਂ 'ਚ ਤੇ ਸਰਕਾਰ ਡੰਡੇ ਨਾਲ ਠੀਕ ਕਰ ਲੈਂਦੀ ਜਾਂ ਕਾਨੂੰਨ ਮੁਤਾਬਕ ਠੀਕ ਕਰ ਲੈਂਦੀ। ਇਸ ਕਰਕੇ ਪਹਿਲਾਂ ਤਾਂ ਉਹ ਵਿਚਾਰੇ ਬੇਰੁਜ਼ਗਾਰ ਕੀਤੇ, ਅੱਜ ਸਾਰੇ ਕਿਸਾਨ ਮਾਰਨ ਤੇ, ਕਿਉਂਕਿ ਆੜਤੀਆਂ ਦੇ ਜਾਂ ਕਿਸਾਨਾਂ ਦੇ ਸਿਰ ਹੀ ਪੈਣਾ ਜਿਹੜੀ ਫਸਲ ਟਰੱਕ ਯੂਨੀਅਨ ਕੰਮ ਕਰ ਰਹੀਆਂ, ਟਰੱਕ ਚੱਲ ਰਹੇ ਨੇ, ਜਿਹੜੀ ਮੇਨ ਯੂਨੀਅਨ ਨਾਲ ਹੋਏ ਬੜੀਆਂ ਯੂਨੀਅਨ ਹੋਰ ਫਿਕਰ ਵਾਲੀ ਗੱਲ ਹੈ ਸਰ। ਯੂਨੀਅਨ ਦੀ ਭੰਗ ਕਰਦੀ ਸਾਰੀਆਂ ਔਰ ਨਹੀਂ ਟਰੱਕ ਯੂਨੀਅਨ ਦੇ ਇਲਾਵਾ ਲੇਬਰ ਯੂਨੀਅਨ ਦੀ ਪ੍ਰੋਬਲਮ ਹੈ, ਬਾਕੀ ਲੇਬਰ ਯੂਨੀਅਨ ਦੀ ਪ੍ਰੋਬਲਮ ਹੈ ਔਰ ਤਕਰੀਬਨ 1700 ਲੇਬਰ ਯੂਨੀਅਨ। ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ, ਤੁਹਾਨੂੰ ਯਾਦ ਹੋਏਗਾ ਅੱਜ ਤੋਂ 6 ਮਹੀਨੇ ਪਹਿਲਾਂ ਸਰਕਾਰ ਨੇ ਸਾਰੇ ਪੰਜਾਬ ਦੇ ਆੜਤੀਆਂ ਨਾਲ ਦਾਅਵਾ ਕੀਤਾ ਸੀਗਾ ਕਿ ਸਾਰੇ ਪੰਜਾਬ ਦੇ ਆੜਤੀਆਂ ਨਾਲ ਅਸੀਂ ਮੀਟਿੰਗ ਕੀਤੀ ਹੈ, ਪ੍ਰੋਪਰ ਰੇਟ ਸੈਟਅਪ ਕਰਨ ਵਾਸਤੇ, ਲਿਫਟਿੰਗ ਤੇ ਹੋਰ ਚੀਜ਼ਾਂ ਵਾਸਤੇ ਡਿਸਕਸ ਕਰਨ ਵਾਸਤੇ ਮੀਟਿੰਗ ਕੀਤੀ ਹੈ। ਉਹਦਾ ਕੀ ਰਿਜ਼ਲਟ ਨਿਕਲਿਆ? ਅੱਜ ਕਣਕ ਦੀ ਲਿਫਟਿੰਗ, ਅੱਜ ਆੜਤੀ ਵੀ ਪ੍ਰੋਟੈਸਟ ਕਰ ਰਿਹਾ ਹੈ। ਇਟ ਮੀਨਸ ਸਰਕਾਰ ਸਿਰਫ ਆਈ ਵਾਸ਼ ਕਰ ਰਹੀ ਹੈ, ਪਬਲਿਕ ਨੂੰ ਧੋਖਾ ਦੇ ਰਹੀ ਹੈ। ਉਹਨਾਂ ਨੇ ਉਸ ਟਾਈਮ ਇਹ ਵੀ ਕਿਹਾ ਸੀ ਵੀ ਅਸੀਂ ਕਿਸਾਨ ਯੂਨੀਅਨ ਨਾਲ ਮੀਟਿੰਗਾਂ ਕੀਤੀਆਂ, ਬੈਦਵਾਨ ਸਾਹਿਬ ਬੈਠੇ, ਉਹਨਾਂ ਨੂੰ ਪਤਾ ਹੋਣਾ ਵੀ ਉਸ ਟਾਈਮ ਕਿਹੜੀ ਮੀਟਿੰਗ ਹੋਈ ਸੀਗੀ। ਤੇ ਸਿਰਫ ਸਰਕਾਰ ਪਬਲਿਕ ਨੂੰ ਮਿਸਲੀਡ ਕਰ ਰਹੀ ਹੈ, ਆਪਣਾ ਟਾਈਮ ਪਾਸ ਕਰ ਰਹੀ ਹੈ, ਕਿਉਂਕਿ ਸਰਕਾਰ ਐਗਜ਼ੀਕਿਊਟਿਵ ਤੌਰ ਤੇ ਕੰਪਲੀਟਲੀ ਫੇਲ ਹੈ। ਉਹਨਾਂ ਨੂੰ ਪਤਾ ਹੀ ਨਹੀਂ ਕੀ ਕਰਨਾ ਕੀ ਹੈ। ਇਹ ਬੈਦਵਾਨ ਸਾਹਿਬ 1 ਸੈਕਿੰਡ ਦੀ ਮੈਂ ਇੱਕ ਲਾਈਨ ਕਰ ਦਿਆਂ, ਕਿਉਂਕਿ ਕੱਲ ਮੈਨੂੰ ਮਾਨਸਾ ਜ਼ਿਲ੍ਹੇ ਚੋਂ ਇੱਕ ਆੜਤੀਏ ਦਾ ਫੋਨ ਆਇਆ ਤੇ ਉੱਥੇ ਸਾਡੇ ਸੱਜਣ ਆਈ ਪੈਨਲਿਸਟ ਬੈਠੇ ਸੀ, ਮੈਂ ਉੱਥੇ ਵੀ ਸੁਣਾਇਆ ਸਪੀਕਰ ਫੋਨ ਆਨ ਕਰਕੇ। ਉਹ ਕਹਿੰਦੇ ਯਾਰ ਰੁਪਈਆ ਥੈਲੀ ਤਾਂ ਅਸੀਂ ਦੇਣ ਨੂੰ ਤਿਆਰ ਹਾਂ ਤੇ 1.5 ਰੁਪਏ ਕੱਟਾ ਮੰਗੀ ਜਾਂਦੇ ਆ, ਇੰਨਾ ਤਾਂ ਅਸੀਂ ਦੇਵਾਂਗੇ ਕਿੱਥੋਂ? ਨਾ ਜ਼ਿਮੀਂਦਾਰ ਦੇਣ ਨੂੰ ਤਿਆਰ ਹੈ, ਨਾ ਕੱਲਾ ਆੜਤੀਆ ਕਿੱਥੋਂ ਭਰੇ। ਆਹ ਹਾਲਾਤ ਬਣੇ ਹੋਏ ਆ ਅੱਜ ਹੀ ਸ਼ਰਮਾ ਜੀ, ਤੇ ਹਲੇ ਤੱਕ ਜਿਵੇਂ ਜਿਵੇਂ ਮੌਸਮ ਖਰਾਬ ਹੋ ਜਾਂਦਾ ਤੇ ਦਿਨ ਅੱਗੇ ਬਦਲਨੇ ਆ ਤੇ ਇਹਦੇ ਥੱਲੇ ਵੱਧ ਤੋਂ ਬੱਤਰ ਹੋਰ ਹੋ ਜਾਣੇ ਹਾਲਾਤ। ਨਹੀਂ ਫਿਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ, ਇਹ ਚੀਜ਼ ਜਿਹੜਾ ਤੁਸੀਂ ਅੱਜ ਹੁਣ ਦੱਸੀ ਹੈ 1.5 ਰੁਪਇਆ ਕੌਣ ਦੇਗਾ, ਉਹ ਤਾਂ ਐਕਸ਼ਨ ਲੈਣ। ਤੁਹਾਡੇ ਕਾਂਗਰਸ ਦੇ ਪ੍ਰਵਕਤਾ ਨੂੰ ਮੈਂ ਫੋਨ ਸੁਣਾਇਆ ਸਪੀਕਰ ਫੋਨ ਆਨ ਕਰਕੇ। ਪਰ ਫਿਰ ਕੀ ਹੋ ਗਿਆ? ਸਰਕਾਰ ਦਾ ਭਾਵੇਂ ਅਕਾਲੀ ਹੋਣ ਭਾਵੇਂ BJP ਹੋਏ ਕਾਂਗਰਸੀ ਹੋਏ, ਸਰਕਾਰ ਨੂੰ ਲੋਕਾਂ ਨੇ ਭਲੇ ਵਾਸਤੇ ਸਭ ਤੁਸੀਂ ਕਰ ਰਹੇ ਹੋ, ਤੇ ਜਿਹੜੀ ਗੱਲ ਤੁਸੀਂ ਦੱਸੀ ਹੈ ਸਰਕਾਰ ਨੂੰ ਕਮਿਊਨੀਕੇਟ ਕਰਦੇ ਆ ਔਰ ਐਕਸ਼ਨ ਲਿਆ ਜਾਏਗਾ। ਔਰ ਡਿਊਟੀ ਵਿੱਚ STM ਦੇ ਲਿਫਟਿੰਗ ਹੋ ਰਹੀ ਹੈ, ਟਾਈਮ ਦੀ ਲਿਫਟਿੰਗ ਹੋਰ ਹੋ ਰਹੀ ਹੈ। ਸ਼ਰਮਾ ਜੀ ਹੁਣ ਤੁਸੀਂ ਧਿਆਨ ਨਾਲ ਸੁਣ ਲਿਓ, ਤੁਸੀਂ ਵਕੀਲ ਦੇਖੋ। ਪਹਿਲੀ ਤਾਂ ਮੇਨ ਗੱਲ ਹੈ ਕਿ ਡਿਲੇ ਬਰੀਡਸ ਕਰਪਸ਼ਨ। ਜਿੰਨਾ ਕਿਸਾਨ ਡਰੂਗਾ ਉਹਦੇ ਮੌਸਮ ਸਾਰਾ ਖਰਾਬ ਕਰੂਗਾ, ਉਹ ਪੈਸੇ ਵੀ ਕਹੂਗਾ ਮੇਰੀ ਰੇਟ ਘੱਟ ਲਾ ਲਓ, ਉਹ ਵਿੱਚੋਂ ਕਹੂਗਾ 5 ਰੁਪਏ ਮੇਰਾ ਕਮਿਸ਼ਨ ਵੀ ਕੱਟ ਲਓ ਦੇਣ ਵਾਸਤੇ, ਸਾਰਾ ਕੁਝ। ਪਹਿਲੀ ਗੱਲ ਤਾਂ ਇਹ ਪੈਸੇ ਹਿੱਸੇਦਾਰੀਆਂ ਜਿਹੜੀਆਂ ਜੱਟਾਂ ਨੂੰ ਤੜਫਾਇਆ ਜਾਂਦਾ। ਨੰਬਰ 2 ਜਿਹੜੀ ਦੂਜੀ ਤੁਸੀਂ ਗੱਲ ਕਰਦੇ ਆ ਕਿ ਪਹਿਲਾਂ ਵੀ ਤੁਹਾਡੇ ਇੱਥੇ ਮੀਟਿੰਗ ਹੋਈ ਤਾਂ ਉਹਦੇ ਪੈਨਲ ਦੇ ਇੱਕ ਨੇ ਕਿਹਾ ਕਿ ਜੇ ਕਿਸਾਨ ਟਰਾਲੀ ਤੇ ਆਪਣੀ ਫਸਲ ਮੰਡੀ ਤੱਕ ਲਿਆ ਸਕਦਾ ਤਾਂ ਉਹ ਮੰਡੀ ਤੋਂ ਬਾਅਦ ਗੋਡਾਊਨ ਤੇ ਕਿਉਂ ਨਹੀਂ ਲਿਜਾ ਸਕਦਾ। ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਵਕਤ ਜੱਟ ਆਪਣੇ ਖੇਤ ਤੋਂ ਮੰਡੀ ਤੱਕ ਲੈ ਕੇ ਆਉਂਦਾ, ਉਸ ਟਾਈਮ ਤੱਕ ਉਹ 'ਤੇ ਕੋਈ ਟੈਕਸ ਐਡ ਨਹੀਂ ਹੁੰਦਾ, ਕੋਈ ਵੈਲਿਊ ਐਡਡ ਨਹੀਂ ਹੁੰਦੀ, ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਬੰਦਾ ਉਹ 'ਤੇ ਗੌਰਮੈਂਟ ਦੀ ਮੋਹਰ ਨਹੀਂ ਲੱਗਦੀ। ਜਦੋਂ ਮੰਡੀ ਦੇ ਵਿੱਚ ਆ ਗਏ, ਉਹਦੇ ਟੈਕਸ ਐਡ ਹੋ ਗਏ, ਉਹਦੇ ਸਾਰਾ ਕੁਝ ਹੋ ਗਿਆ, ਮੋਹਰ ਲੱਗ ਗਈ, ਉਹ ਚੀਜ਼ ਕਮਰਸ਼ੀਅਲ ਬਣ ਜਾਂਦੀ ਹੈ। ਜਿੰਨਾ ਚਿਰ ਖੇਤੀ ਦੀ ਕੋਈ ਵੀ ਫਸਲ ਜੱਟ ਦੇ ਘਰ ਹੈ ਉਹ ਨਾਨ ਕਮਰਸ਼ੀਅਲ ਹੈ,
ਜਦੋਂ ਇੱਕ ਵਾਰ ਮੰਡੀ 'ਚ ਘੁੰਮ ਗਈ ਤਾਂ ਕਮਰਸ਼ੀਅਲ ਹੈ। ਹੁਣ ਜਿੰਨਾ ਚਿਰ ਟਰੈਕਟਰ ਦੇ ਉੱਤੇ ਅਸੀਂ ਖੇਤ ਤੋਂ ਮੰਡੀ ਤੱਕ ਲਿਆਏ ਉਨਾ ਚਿਰ ਉਹ ਨੌਨ ਕਮਰਸ਼ੀਅਲ ਰਹੀ। ਜਦੋਂ ਮੰਡੀ ਜਾ ਗਈ ਤੇ ਉਹ ਕਮਰਸ਼ੀਅਲ ਬਣ ਗਈ। ਜਦ ਫਿਰ ਟਰੈਕਟਰ ਟਰਾਲੀ ਨੂੰ ਕਮਰਸ਼ੀਅਲ ਦਾ ਲਾਇਸੈਂਸ ਹੀ ਹੈ ਨਹੀਂ ਤੇ ਲਾਇਸੈਂਸ ਟਰੱਕ ਦੇ ਕੋਲ ਹੈ, ਤਾਂ ਟਰੈਕਟਰ ਤੇ ਤੱਕ ਕਰਾਉਣੀ ਕਿੰਨੀ ਗੈਰ ਵਾਜਬ ਹੈ ਔਰ ਇਹਦਾ ਗੈਰ ਕਾਨੂੰਨੀ ਹੈ। ਇਹ ਤਾਂ ਜਿਹੜੇ ਆਫੀਸਰ ਇਹ ਕਾਨੂੰਨ ਵੀ ਕੱਢ ਰਹੇ ਉਹਨਾਂ ਨੂੰ ਚੱਕ ਕੇ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਕਿ ਯੂ ਡੋਂਟ ਨੋ ਲਾ ਐਂਡ ਯੂ ਸ਼ੁੱਡ ਹੈਵ ਟੂ ਰਿਜ਼ਾਈਨ ਐਂਡ ਗੋ ਟੂ ਯੋਰ ਹੋਮ। ਤੇ ਕਿਸਾਨਾਂ ਨੂੰ ਇਹੋ ਜਿਹੇ ਜਿਹੜੇ ਏਸੀਆਂ 'ਚ ਬੈਠੇ ਆ ਉਹਨਾਂ ਲੋਕਾਂ ਦੀ ਪੁਲਿਸਿਆਂ ਨੇ ਮਾਰਤਾ ਸਾਨੂੰ। ਅਗਰ ਸਾਨੂੰ ਚੰਗੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਸਮਾਜ ਦਾ ਸੋਸ਼ਲ ਟਾਇਰ ਪਤਾ ਹੋਵੇ ਉਹ ਲੋਕ ਪੁਲਿਸਿਆਂ ਬਣਾਉਣ ਦੇ ਪ੍ਰੋਬਲਮ। ਮੈਂ ਇੱਕ ਗੱਲ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਹਾਡਾ ਮੁੱਦਾ ਸਿਰਫ ਲਿਫਟਿੰਗ ਤੱਕ ਦਾ ਕਿ ਤੁਹਾਡੀ ਫਸਲ ਲਿਫਟ ਹੋਣੀ ਚਾਹੀਦੀ ਹੈ, ਭਾਵੇਂ ਉਹ ਟਰਾਲੀ 'ਚ ਹੋਵੇ, ਟਰੱਕ 'ਚ ਹੋਵੇ, ਗੱਡੇ 'ਚ ਹੋਵੇ, ਉਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਸਰਕਾਰ ਨੇ ਇਹ ਇਨਸ਼ੋਰ ਕੀਤਾ ਸੀ ਕਿ ਤੁਹਾਡੀ ਲਿਫਟਿੰਗ ਹੋਏਗੀ। ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੀ ਹੈਡਕ ਨਹੀਂ ਹੈ ਕਿ ਲਿਫਟਿੰਗ ਕਿਵੇਂ ਹੋਏਗੀ। ਅਸੀਂ ਜਿਹੜੇ ਸਾਨੂੰ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਅਸੀਂ ਲਿਫਟਿੰਗ ਕਰਾ ਦਾਂਗੇ, ਲੇਕਿਨ ਲਿਫਟਿੰਗ ਹੋਏਗੀ ਜਾਂ ਨਹੀਂ ਹੋਏਗੀ ਤਾਂ ਸਾਨੂੰ ਵੀ ਪਤਾ ਲੱਗਦਾ ਕਿ ਕਿੰਨੇ ਟਾਈਮ 'ਚ ਹੋਊਗੀ। ਸਾਨੂੰ ਤਾਂ ਟਾਈਮ ਦੀ ਗੱਲ ਹੈ। ਸਾਡੇ ਵੱਲ ਤਾਂ ਅਸੀਂ ਕਹਿੰਦੇ ਵੀ ਸਾਈਕਲਾਂ ਤੇ ਲਿਓ, ਪਰ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਈਕਲਾਂ ਤੇ ਜਾ ਕੇ ਗੋਡਾਊਨ ਤੱਕ ਕਿੰਨੀ ਕੁ ਚੱਲੀ ਜਾਏਗੀ। ਇਸ ਕਰਕੇ ਬੁੱਧੂ ਬਣਾਉਣ ਦੀ ਬਜਾਏ ਜਾਂ ਕਿਸਾਨਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਲਾਰੇ ਲਾਉਣ ਦੀ ਬਜਾਏ ਰਿਐਲਿਟੀ ਦੇਖਣੀ ਚਾਹੀਦੀ ਹੈ ਔਰ ਜੋ ਅਸਲੀਅਤ ਹੈ ਉਹ ਤੋਂ ਆਫੀਸਰਸ ਨੂੰ ਪਰੇ ਨਹੀਂ ਜਾਣਾ ਚਾਹੀਦਾ। ਇਹਦੇ ਉੱਤੇ ਜਿਹੜਾ ਹਾਲਾਤ ਹੈ, ਹਾਲਾਤ ਦੇ ਮੁਤਾਬਕ ਸਹੀ ਫੈਸਲੇ ਲੈਣ ਵਾਲੇ ਬੰਦੇ ਨਹੀਂ ਮੂਹਰੇ ਆਉਂਦੇ। ਤੇ ਕਿਸਾਨ ਨੂੰ ਇਹ ਡੋਬ ਕੇ ਹੋਰ ਕਮਜ਼ੋਰ ਕਰਕੇ ਜ਼ਮੀਨਾਂ ਖਰੀਦਣ ਤੇ ਅੱਖ ਰੱਖੀ ਹੋਈ। ਇੱਕ ਹੋਰ ਜਾਣਕਾਰੀ ਵੀ ਸਾਂਝੀ ਕਰਦੀ ਹੈ ਕਿ ਜਿਨ੍ਹਾਂ ਟਰੱਕਾਂ ਵਾਲਿਆਂ ਨਾਲ ਗੱਲ ਨਹੀਂ ਬਣੀ ਉਹ ਟਰੱਕ ਮੂਵ ਹੋ ਚੁੱਕੇ ਨੇ ਹਰਿਆਣਾ ਲਈ। ਉਹ ਹਰਿਆਣਾ ਲਈ ਲਿਫਟਿੰਗ ਦਾ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਜੇਕਰ ਹੁਣ ਸਰਕਾਰ ਚਾਹਵੇ ਵੀ ਤਾਂ ਵੀ ਉਹ ਟਰੱਕ ਵਾਲੇ ਸ਼ਾਇਦ ਵਾਪਸ ਨਾ ਆਣ। ਇੱਕ पंजाब वाले नहीं बड़े ट्रैक्टर बहुत ट्रक का पंजाब काम कर रहे हैं, प्राइवेट ट्रक बहुत है। पर 90,000 ट्रकों के नाल भी ਫਿਰ ਸ਼ਰਮਾ ਜੀ ਧਰਨੇ ਕਿਉਂ ਵੱਜ ਰਹੇ ਅਸਲ ਫਿਰ ਦੱਸ ਦਿਓ। ਥਾਂ ਤੇ ਜਾਮ ਕਿਉਂ ਲੱਗਣੇ ਸ਼ੁਰੂ ਹੋ ਗਏ ਇਹਨਾਂ ਦਾ ਜਵਾਬ सर ਦਿਓ। ऐसा है ਜਿਹਨੇ 22 ਲੱਖ ਲਾਇਆ ਤੁਸੀਂ ਉਹਨੂੰ ਜੇ 2000 ਬੰਦਾ ਦੇ ਦਿਓ ਕਿਆ ਫਰਕ ਪੈਂਦਾ। ਉੱਥੇ ਗਵਰਨਮੈਂਟ ਰਿਕੁਐਸਟ ਕਰਦੇ ਆ ਉੱਥੇ ਜ਼ਿਆਦਾ ਟਰੱਕ ਭਜਵਾ ਦੇਣ। ਅੱਜ ਹੁਣੇ ਰਿਕੁਐਸਟ ਕਰਦੇ ਆ ਉਹਨਾਂ ਨੂੰ ਆਲਰੇਡੀ ਵਾਚ ਕਰ ਹਰ ਏਰੀਆ ਡਿਪਟੀ ਕਮਿਸ਼ਨਰ ਐਸਡੀਐਮ 24 ਘੰਟੇ ਔਨ ਡਿਊਟੀ ਅੱਜ ਕੱਲ ਬਿਲਕੁਲ ਔਨ ਡਿਊਟੀ ਹੋਵੇ ਤੇ ਲੱਗੇ ਹੋਏ ਸ਼ਰਮਾ ਜੀ ਸੇਖਾਂ ਦੀ ਗੱਲ ਕਰ ਲਓ, ਔਨ ਡਿਊਟੀ ਦੀ ਰੌਲਾ ਕਿਉਂ ਹੈ? ਟਾਰੀ ਦੀ ਗੱਲ ਕਰ ਲਓ, ਔਨ ਡਿਊਟੀ ਰੌਲਾ ਕਰ ਲਓ, ਤਰਨਤਾਰਨ ਦੀ ਕਰ ਲਓ, ਜਿੱਥੋਂ ਦੀ ਮਰਜ਼ੀ ਕਰ ਲਓ। सीजन है ना एकदम माल ज्यादा आ गया और इतना रश हो जाता, टाइम लग जाता। शर्मा जी ऐसा है ना तो ये एप्रिशिएट नहीं करो, सिर्फ डेफिशिएंसी करनी। सर लिफ्टिंग कितनी को शर्मा जी ਤੁਸੀਂ ਸੁਝਾਅ ਦੱਸੋ। ਓਕੇ ਤੁਸੀਂ ਸੁਝਾਅ ਦੱਸੋ ਇਨਸਟੈਡ ਆਫ ਕ੍ਰਿਟਿਸਿਜ਼ਮ ਤੁਸੀਂ ਸੁਝਾਅ ਦਿਓ। ਸ਼ਰਮਾ ਜੀ ਮੈਨੂੰ ਇਹ ਦੱਸੋ ਸ਼ਰਮਾ ਜੀ ਮੈਨੂੰ ਇਹ ਗੱਲ ਦੱਸਿਓ ਵੀ ਤੁਸੀਂ ਕਹਿੰਦੇ ਨਾ ਡੀਸੀ ਤੇ ਐਸਡੀਐਮ ਦੀ 24 ਘੰਟੇ ਡਿਊਟੀ ਕਰਤੀ। ਤੁਹਾਡੇ ਜਿਹੜੇ ਡੀਸੀ ਹੈ ਉਹ ਮਨੁੱਖੀ ਜਾਮੇ 'ਚ ਹੈ ਜਾਂ ਰਿਮੋਟ ਇਕੱਠੇ ਕਰੇ ਹੋਏ ਹੈ ਜਿਹੜੇ 24 ਘੰਟੇ ਚੱਲਦੇ ਰਹਿੰਦੇ ਜਦ ਮਰਜੀ ਬਟਨ ਦੱਬ ਲਓ? ਉਹਨਾਂ ਦਾ ਵੀ ਕੋਈ ਟਾਈਮ ਹੈ, ਕੋਈ ਸੋਚ ਹੈ, ਹੋਰ ਵੀ ਕੰਮ ਹੈ। ਉਹ ਕੱਲੀ ਮੰਡੀਆਂ ਦੀ ਲਿਫਟਿੰਗ ਵਾਸਤੇ ਨਹੀਂ ਬੈਠੇ। ਸੁਜੈਸ਼ਨ ਦਿਓ, ਸੁਜੈਸ਼ਨ ਮੇਰੀ ਦਿੰਦੇ ਆ ਤੁਸੀਂ ਲਿਫਟਿੰਗ ਕਰਾਓ, ਲਿਫਟਿੰਗ ਕਰਾਓ। ਜਿਵੇਂ ਦੇ ਹਾਲਾਤ ਬਣੇ ਹੋਏ ਸਰ ਜੇ ਕਿਸਾਨਾਂ ਦਾ ਭਲਾ ਕਰਨਾ ਤੇ ਸੁਜੈਸ਼ਨ ਦਿਓ। ਠੀਕ ਹੈ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਨੂੰ ਵੇਖ ਕੇ ਲੱਗਦਾ ਕਿ ਆਉਣ ਵਾਲਾ ਸਮਾਂ ਤਾਂ ਹੋਰ ਜ਼ਿਆਦਾ ਗੰਭੀਰ ਹੋਣ ਵਾਲਾ ਹੈ। ਖੜੀਆਂ ਫਸਲਾਂ ਅੱਗ ਲਾ ਕੇ ਸੜ ਰਹੀਆਂ ਨੇ, ਮੰਡੀਆਂ 'ਚ ਪਈਆਂ ਪਾਣੀ ਨਾਲ ਖਤਮ ਹੋ ਰਹੀਆਂ ਨੇ। ਅਜੇ ਇਹਦੇ ਵਿੱਚ ਕਿਸਾਨ ਕਿਵੇਂ ਬਚੇਗਾ? ਦੇਖੋ ਗੱਲ ਇਹ ਹੈ ਵੀ ਅਗਰ ਇਹ ਡਿਲੇ ਹੁੰਦਾ ਚਲਾ ਗਿਆ, ਇਹ ਬਿਗਨਿੰਗ ਹੈ ਕਿਉਂਕਿ 31 ਮਈ ਤੱਕ ਚੱਲਣਾ ਹੈ, ਸ਼ੁਰੂਆਤ ਹੈ ਹਲੇ। ਅਗਰ ਇਹਨੂੰ ਹੁਣੇ ਕਾਬੂ ਨਾ ਕੀਤਾ ਗਿਆ ਤਾਂ ਇਹ ਕ੍ਰਾਈਸਿਸ ਜਿਹੜਾ ਹੈਗਾ ਡੂੰਘਾ ਹੁੰਦਾ ਚਲਾ ਜਾਏਗਾ। ਉਹਦੇ ਨਾਲ ਕੀ ਹੈਗਾ ਕਿ ਆੜਤੀਆ ਵੀ ਪਰੇਸ਼ਾਨ ਹੋਊਗਾ ਔਰ ਕਿਸਾਨ ਵੀ ਪਰੇਸ਼ਾਨ ਹੋ। ਜਿਵੇਂ ਕਿ ਕਿਸਾਨ ਦੀ ਪਰੇਸ਼ਾਨੀ ਜਿਹੜੀ ਹੈਗੀ ਆ ਹੁਣ ਵਧਣੀ ਸ਼ੁਰੂ ਹੋ ਗਈ ਹੈ। ਕਿਸਾਨ ਜਿਹੜਾ ਹੈਗਾ ਨਾ ਵਿਚਲਿਤ ਹੋ ਜਾਂਦਾ ਜਿਸ ਵੇਲੇ ਉਹਦੀ ਫਸਲ ਜਿਹੜੀ ਹੈਗੀ ਰੁਲਣੀ ਸ਼ੁਰੂ ਹੋ ਜਾਂਦੀ ਹੈ। ਉਹਦੀ ਜਿਹੜੀ ਹੈਗੀ 6 ਮਹੀਨਿਆਂ ਦੀ ਸਾਰੀ ਕਮਾਈ ਹੈਗੀ ਹੈ ਜਿਹਦੇ ਉੱਪਰ ਉਹਨੇ ਸਾਰਾ ਸਾਲ ਦਾ ਦਾਰੋਮਦਾਰ ਪੁੱਤਾਂ ਵਾਂਗੂ ਪਾਲੀ ਹੁੰਦੀ ਜੀ। ਇਸ ਕਰਕੇ ਅਗਰ ਸਰਕਾਰ ਜਿਹੜੀ ਹੈਗੀ ਹੈ ਜਿਵੇਂ ਕਿ ਅਗਰ ਉਹਨਾਂ ਨੇ ਕੋਈ ਮੈਕੈਨਿਜ਼ਮ ਕ੍ਰੀਏਟ ਕੀਤਾ, ਅਗਰ ਉਹ ਮੈਕੈਨਿਜ਼ਮ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕਰੇਗਾ ਜਾਂ ਉਹਦੇ 'ਚ ਡਿਲੇ ਹੋਗੀ, 2-3 ਚੀਜ਼ਾਂ ਹੈਗੀਆਂ। ਪਹਿਲੀ ਚੀਜ਼ ਲਿਫਟਿੰਗ ਹੈ, ਦੂਸਰੀ ਚੀਜ਼ ਪੇਮੈਂਟ ਹੈ, ਤੀਸਰੀ ਚੀਜ਼ ਜਿਹੜੀ ਹੈਗੀ ਹੈ ਉਹ ਲੇਬਰ ਜਾਂ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਅਗਰ ਪ੍ਰੋਪਰ ਤਰੀਕੇ ਦੇ ਨਾਲ ਚੱਲੂਗੀ ਤਾਂ ਹੀ ਚੱਲ ਸਕਦਾ। ਅਦਰਵਾਈਜ਼ ਇਹ ਕ੍ਰਾਈਸਿਸ ਡੂੰਘਾ ਹੋਏਗਾ ਔਰ ਉਹਦੇ ਸਰਕਾਰ ਵਾਸਤੇ ਜਿਹੜਾ ਹੈਗਾ ਉਹ ਬਹੁਤ ਵੱਡਾ ਸਿਰਦਰਦ ਹੋ ਜਾਣਾ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਕੜਕੀ 'ਚ ਹੈ। ਉਹ ਕੜਕੀ ਜਿਹੜੀ ਹੈਗੀ ਆ ਉਹਦੀ ਵਜ੍ਹਾ ਕਰਕੇ ਕਿਸਾਨ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਪਰੇਸ਼ਾਨ ਹੋਊਗਾ ਔਰ ਉਹ ਪਰੇਸ਼ਾਨੀ ਦੇ ਵਿੱਚ ਜਿਵੇਂ ਕਿ ਪਹਿਲਾਂ ਕਿਸਾਨੀ ਕ੍ਰਾਈਸਿਸ ਦੇ ਵਿੱਚ ਉਹ ਕ੍ਰਾਈਸਿਸ ਹੋਰ ਡੂੰਘਾ ਹੋ ਜਾਏਗਾ। ਇਸ ਕਰਕੇ ਬੈਟਰ ਇਹ ਹੈਗਾ ਕਿ ਇਹ ਸ਼ੁਰੂਆਤ ਦੇ ਵਿੱਚ ਹੀ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ ਦੇਖਿਆ ਜਾਵੇ। ਜਦੋਂ ਆਪਾਂ ਇਹ ਕਹਿੰਦੇ ਆ ਕਿ ਕਿਸਾਨੀ ਨੂੰ ਸੰਕਟ ਦੇ ਵਿੱਚੋਂ ਨਿਕਾਲਣਾ ਚਾਹੀਦਾ ਹੈ ਔਰ
ਸਿਰਫ ਕਿਸਾਨੀ ਕਰਜ਼ਾ ਖਤਮ ਕਰਕੇ ਨਹੀਂ ਸੰਕਟ ਦੇ ਵਿੱਚੋਂ ਨਿਕਲ ਸਕਦਾ। ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੰਕਟ ਕ੍ਰੀਏਟ ਕਰਦੀਆਂ ਨੇ। Yes, ਬਿਲਕੁਲ। ਜਦੋਂ ਤੁਹਾਡੀ ਫਸਲ ਖਰਾਬ ਹੋ ਜਾਂਦੀ ਹੈ, ਇਹੀ ਕਾਰਨ ਬਣਦੇ ਨੇ ਕਰਜ਼ੇ ਲੈਣ ਦੇ, ਇਹੀ ਕਾਰਨ ਬਣਦੇ ਨੇ ਸੁਸਾਈਡ ਕਰਨ ਦੇ। ਸੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਔਰ ਅਸੀਂ ਉਮੀਦ ਇਹੀ ਕਰਦੇ ਹਾਂ ਸ਼ਰਮਾ ਸਾਹਿਬ ਆਵਾਜ਼ ਜ਼ਰੂਰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿਓ। ਸਾਡੀ ਨਹੀਂ ਤਾਂ ਘੱਟੋ ਘੱਟ ਸੜਕਾਂ ਤੇ ਜਿਹੜੇ ਕਿਸਾਨ ਰੁਲ ਰਹੇ ਨੇ ਉਹਨਾਂ ਦੀ ਪੁਕਾਰ ਜ਼ਰੂਰ ਕਿਸਾਨਾਂ ਪਹੁੰਚਾ ਦੇ ਭਲੇ ਦਿਓ। ਵਾਸਤੇ ਕੰਮ ਹੋਏਗਾ, ਗਰੰਟੀ ਹੈ। ਉਮੀਦ ਕਰਦੇ ਹਾਂ ਔਰ ਇੰਪਰੂਵਮੈਂਟ ਹੋਏਗੀ। ਠੀਕ ਹੈ, ਉਮੀਦ ਕਰਦੇ ਹਾਂ ਕਿ improvement ਕਿਸਾਨਾਂ ਦੇ ਹੋਣੀ ਭਲੇ ਵਾਸਤੇ ਸਾਰੀ ਬਹੁਤ ਬਹੁਤ ਕੰਟਰੀ ਹੈ, ਧੰਨਵਾਦ। ਸਾਰੀ ਔਰ ਦੇਸ਼ ਕੰਟਰੀ ਦੁਨੀਆ ਹੈ, ਦੀ ਬਾਕੀ ਖਬਰਾਂ ਲਈ ਸਾਰੀਆਂ ਪਾਰਟੀਆਂ ਨਿਊਜ਼ ਦੇ ਨਾਲ ਧੰਨਵਾਦ।